ਨਰਾਜ ਛੰਦ ਅਜੀਤ ਸਿੰਘ ਸੂਰਮਾ ਪਰਵਾਹ ਪਾਰ ਹੋਇਓ। ਲਰੇ ਮਲੇਸ਼ ਬਾਣੀ ਸਾਧ ਬ੍ਰਿੰਦ ਢੋਇਓ। ਛੁਟੰਤ ਹੈ ਤੂਫਾਨ ਚੈ ਚਲਾਏ ਤੀਰ ਤੀਸ਼ਨਾ। लगंत घोर देत है शरीर को नरीशना। अजीत सिंह सूरमा परवाह पार होयो। वाहिगुरु जी का खालसा वाहिगुरु जी की फतेह। दसां पातशाहियां दी जोत तख्त चौर छत्र दे मालक धन श्री गुरु ग्रंथ साहिब जी महाराज सतगुरां दी पावन पवित्र हजूरी अंदर जगत गुरु धन श्री गुरु नानक देव साहिब जी महाराज सतगुरां दे पावन अस्थान गुरुद्वारा श्री बेर साहिब जी विखे गुरु चरनां दी हाजरी भर रही गुरु की साजी नवाजी हुई साध संगत जी, सतगुरां ने कृपा कीती है अपने अमृतमयी दीदार बख्शिश कीते सत संगत दीयां घड़ियां प्राप्त होईयां हन। अज नावें पातशाह श्री गुरु तेग बहादुर साहिब जी महाराज सतगुरां दा शहीदी दिहाड़ा है। अज दे दिन दिल्ली चांदनी चौक दे विच सतगुरु नावें पातशाह जी ने अज तो 346 साल पहला तिलक जन्यों की राखी करदियां होइयां धर्म की सुतंत्रता वास्ते कि हर एक नूं अपने धर्म दे विच रहण दा पूरा पूरा हक है। किसी नूं कोई हक नहीं कि वह दूसरे दे धर्म नूं जबरदस्ती तब्दील करावे। तिलक जन्यों की राखी करदियां होइयां सतगुरु नावें पातशाह जी ने शहादत प्राप्त की। आम अजकल इस तरह का प्रचार भी किया जा रहा है कि श्री गुरु तेग बहादुर साहब जी महाराज हिंदुओं वास्ते कुर्बान नहीं होए, कहते तिलक जन्यों वास्ते कुर्बान नहीं होए। इस तरह के भी विरले विरले लोग ये गल कर रहे हैं। पर श्री गुरु गोबिंद सिंह महाराज तो ज़्यादा सियाणा तो कोई नहीं ना है दुनिया ते। कोई किन्ना भी विद्वान होवे, किन्ना भी पढ़िया लिखिया होवे, किन्ना भी अकल दा ज़्यादा बुद्धि वाला होवे, पर गुरु गोबिंद सिंह महाराज तो ज़्यादा सियाणा कोई नहीं है। श्री गुरु गोबिंद सिंह महाराज ने अपनी कलम नाल लिखिया ते अपने मुख तो उचारण किया, तिलक जन्यू राखा प्रभ ताका कीनो बड्डो कलू मह साका। बचित्र नाटक बाणी दे विच महाराज साहब कहते हैं कि पिता जी ने तिलक जन्यू वास्ते साका किया। तिलक जन्यू राखा प्रभ ताका कीनो बड्डो कलू मह साका। ये कलयुग के समय विच वड्डा साका किया साडे पिता श्री गुरु तेग बहादुर साहब महाराज ने। साधन हेत इति जिन करी सीस दिया पर सी ना उचरी। सीस दे दिता पर सी नहीं उचारण की।
ਜਿੱਥੇ ਅੱਜ ਆਪਾਂ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਨਮਸਕਾਰ ਕਰਨੀ ਹੈ, ਉਥੇ ਥੋੜਾ ਜਿਹਾ ਗੁਰੂ ਸਾਹਿਬ ਜੀ ਦਾ ਜੀਵਨ ਵੀ, ਮਹਾਰਾਜ ਸਾਹਿਬ ਜੀ ਦਾ ਪਿਛੋਕੜ ਵੀ ਆਪਾਂ ਵਿਚਾਰਨਾ ਹੈ। ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ 5 ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਛੋਟੇ ਸਾਹਿਬਜ਼ਾਦੇ ਹਨ। 5 ਸਾਹਿਬਜ਼ਾਦਿਆਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਆ ਮਹਾਰਾਜ ਦੇ ਭਰਾ। ਬਾਬਾ ਸੂਰਜਮਲ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਰਾਏ ਜੀ ਤੇ ਬੀਬੀ ਬੀਰੋ ਜੀ ਭੈਣ, ਤੇ ਸਭ ਤੋਂ ਛੋਟੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਿਬਜ਼ਾਦੇ ਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਔਰ ਮਹਾਰਾਜ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ ਤੇ ਮਾਤਾ ਧੰਨ ਮਾਤਾ ਨਾਨਕੀ ਜੀ। ਆਪਾਂ ਸਾਰੇ ਜਾਣਦੇ ਹਾਂ ਪਿਛਲੇ ਸਮੇਂ ਦੇ ਵਿੱਚ 400 ਸਾਲਾ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਇਆ ਗਿਆ ਹੈ, ਸਾਰੇ ਪੰਥ ਨੇ ਮਨਾਇਆ ਸੀ। ਤੇ ਗੁਰੂ ਕਾ ਮਹਿਲ ਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਸੋਭਾ ਪਾਉਂਦਾ ਹੈ, ਜਿੱਥੇ ਨਾਵੇਂ ਪਾਤਸ਼ਾਹ ਪ੍ਰਗਟ ਹੋਏ ਸਨ। ਔਰ ਬਾਬਾ ਬਕਾਲਾ ਸਾਹਿਬ, ਜਿੱਥੇ ਲੰਮਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਰਹੇ ਤੇ ਸਿਮਰਨ ਕੀਤਾ, ਬੰਦਗੀ ਕੀਤੀ, ਤੇ ਬਾਬਾ ਬਕਾਲਾ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਨਾਨਕਾ ਪਿੰਡ ਵੀ ਆ। ਮਹਾਰਾਜ ਦੇ ਸਤਿਕਾਰਯੋਗ ਮਾਤਾ ਨਾਨਕੀ ਜੀ ਦਾ ਪੇਕਾ ਪਿੰਡ ਆ ਬਾਬਾ ਬਕਾਲਾ। ਜਿਸ ਨਗਰ ਦਾ ਪਹਿਲਾ ਨਾਮ ਕੱਲਾ ਬਕਾਲਾ ਸੀ, ਇਹ ਬਾਬਾ ਬਕਾਲਾ ਉਦੋਂ ਲੱਗਣਾ ਆਰੰਭ ਹੋਇਆ ਜਦੋਂ 8ਵੇਂ ਪਾਤਸ਼ਾਹ ਨੇ ਆਖਿਆ ਸੀ ਦਿੱਲੀੋਂ ਹੀ ਸੱਚਖੰਡ ਪਿਆਨੇ ਤੋਂ ਪਹਿਲਾਂ ਕਿ ਬਾਬਾ ਬਕਾਲੇ, ਕਿਉਂਕਿ ਸੰਸਾਰੀ ਰਿਸ਼ਤੇ ਵਿੱਚੋਂ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਆਪ ਬਾਬਾ ਜੀ ਹੀ ਲੱਗਦੇ ਸਨ। ਦਾਦਾ ਜੀ ਨੂੰ ਬਾਬਾ ਜੀ ਕਿਹਾ ਜਾਂਦਾ, ਕਿਉਂਕਿ ਸਕੇ ਦਾਦਾ ਜੀ ਹਨ ਬਾਬਾ ਗੁਰਦਿੱਤਾ ਜੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ, ਤੇ ਉਹਨਾਂ ਦੇ ਆਪ ਛੋਟੇ ਭਰਾ ਹਨ। ਇਸ ਕਰਕੇ ਦਾਦੇ ਦਾ ਭਰਾ ਵੀ ਦਾਦਾ ਲੱਗਾ, ਤਾਂ ਬਾਬਾ ਜੀ ਆਖਿਆ ਬਾਬਾ ਬਕਾਲੇ। ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਣ ਗੁਰ ਸੰਗਤ ਸਕਲ ਸੰਭਾਲੇ। ਬਚਪਨ ਦਾ ਸਮਾਂ ਨਾਵੇਂ ਪਾਤਸ਼ਾਹ ਦਾ ਇਸ ਕਰਤਾਰਪੁਰ ਸਾਹਿਬ ਵੀ ਕੁਝ ਸਮਾਂ ਬਤੀਤ ਹੋਇਆ, ਜੋ ਇਸ ਇਲਾਕੇ ਵਿੱਚ ਪੰਚਮ ਪਾਤਸ਼ਾਹ ਨੇ ਕਰਤਾਰਪੁਰ ਸਾਹਿਬ ਵਸਾਇਆ। ਔਰ ਇਸ ਕਰਤਾਰਪੁਰ ਸਾਹਿਬ ਵਿੱਚ ਰਹਿੰਦਿਆਂ ਹੋਇਆਂ ਹੀ ਧੰਨ ਮਾਤਾ ਗੁਜਰ ਕੌਰ ਜੀ ਦੇ ਨਾਲ ਨਾਵੇਂ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ ਸੀ। ਮਾਤਾ ਗੁਜਰੀ ਜੀ, ਜਿਨ੍ਹਾਂ ਦੇ ਪਿਤਾ ਬਾਬਾ ਲਾਲ ਚੰਦ ਜੀ ਤੇ ਮਾਂ ਮਾਤਾ ਬਿਸ਼ਨ ਕੌਰ ਜੀ ਪਿੱਛੋਂ ਲਖਨੌਰ ਦੇ ਰਹਿਣ ਵਾਲੇ ਸੀ, ਬਾਅਦ ਵਿੱਚ ਇੱਥੇ ਆਏ ਸਨ ਕਰਤਾਰਪੁਰ ਦੇ ਵਿੱਚ। ਇੱਥੇ ਜਦੋਂ ਮਹਾਰਾਜ ਦਾ ਆਨੰਦ ਕਾਰਜ ਹੋਇਆ 6ਵੇਂ ਪਾਤਸ਼ਾਹ ਦੀ ਹਾਜ਼ਰੀ ਦੇ ਵਿੱਚ, ਤੇ ਉਸ ਮੌਕੇ ਤੇ ਸਾਧ ਸੰਗਤ ਜੀ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਨੇ ਲਾਵਾਂ ਦਾ ਪਾਠ ਕੀਤਾ 6ਵੇਂ ਪਾਤਸ਼ਾਹ ਦੇ ਪਿਆਰੇ ਸਿੱਖ ਨੇ। ਔਰ ਇੱਥੋਂ ਫਿਰ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਵਿੱਚ ਵੀ ਕੁਝ ਸਮਾਂ ਰਹੇ। ਗੁਰੂ ਤੇਗ ਬਹਾਦਰ ਸਾਹਿਬ ਜੀ ਜਦੋਂ ਪਿਤਾ ਸਤਿਗੁਰੂ ਜੀ ਦੇ ਨਾਲ ਹੀ ਉੱਥੇ ਕੀਰਤਪੁਰ ਸਾਹਿਬ ਵਿੱਚ ਜਾਣਾ, ਤੇ ਉੱਥੇ ਮਹਾਰਾਜ ਸਾਹਿਬ ਨੇ ਕੁਝ ਸਮਾਂ ਰਹਿਣਾ। ਜਦੋਂ 6ਵੇਂ ਪਾਤਸ਼ਾਹ ਜੀ ਨੇ ਸੱਚਖੰਡ ਪਿਆਨਾ ਕਰਨਾ ਸੀ, ਉਸ ਤੋਂ ਪਹਿਲਾਂ ਆਪ ਜੀ ਨੂੰ ਤੇ ਆਪ ਜੀ ਦੇ ਮਾਤਾ ਜੀ ਨੂੰ ਬਾਬੇ ਬਕਾਲੇ ਮਹਾਰਾਜ ਨੇ ਭੇਜ ਦਿੱਤਾ ਸੀ ਕਿ ਉੱਥੇ ਚਲੇ ਜਾਓ। ਆਪਣੇ ਧਰਮ ਪਤਨੀ ਮਹਿਲ ਮਾਤਾ ਨਾਨਕੀ ਜੀ ਨੂੰ ਆਖਿਆ ਸੀ ਕਿ ਤੁਹਾਡਾ ਸਾਹਿਬਜ਼ਾਦਾ ਉੱਥੋਂ ਗੁਰਤਾ ਗੱਦੀ ਦਾ ਮਾਲਕ ਬਣ ਕੇ ਪ੍ਰਗਟ ਹੋਵੇਗਾ। ਫਿਰ ਲੰਮਾ ਸਮਾਂ ਉੱਥੇ ਮਹਾਰਾਜ ਸਾਹਿਬ ਜੀ ਰਹੇ। 6ਵੇਂ ਪਾਤਸ਼ਾਹ ਨੇ 7ਵੇਂ ਪਾਤਸ਼ਾਹ ਨੂੰ ਗੁਰਿਆਈ ਦਿੱਤੀ। ਗੁਰੂ ਹਰਿਰਾਏ ਸਾਹਿਬ ਮਹਾਰਾਜ ਨੂੰ ਗੁਰੂ ਹਰਿਰਾਏ ਸਾਹਿਬ ਮਹਾਰਾਜ ਨੇ ਆਪਣੇ ਛੋਟੇ ਸਾਹਿਬਜ਼ਾਦੇ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਨੂੰ ਗੁਰਿਆਈ ਦਿੱਤੀ, ਤੇ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਨੇ ਦਿੱਲੀੋਂ ਫਿਰ ਸੱਚਖੰਡ ਪਿਆਨੇ ਤੋਂ ਪਹਿਲਾਂ ਧਿਆਨ ਧਰ ਕੇ ਸੰਗਤ ਨੂੰ ਕਹਿ ਦਿੱਤਾ ਸੀ, ਬਾਬਾ ਬਸੇ ਜੇ ਗ੍ਰਾਮ ਬਕਾਲੇ,
ਬਾਣ ਗੁਰ ਸੰਗਤ ਸਕਲ ਸੰਭਾਲੇ। ਗੁਰਤਾ ਗੱਦੀ ਦੇ ਮਾਲਕ ਬਣੇ। ਲੰਮਾ ਇਤਿਹਾਸ ਹੈ, ਆਪਾਂ ਸੰਖੇਪ ਨਾਲ ਦਰਸ਼ਨ ਕਰਨੇ ਹਨ। ਫਿਰ ਮਹਾਰਾਜ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ। ਬਾਬੇ ਬਕਾਲੇ ਤੋਂ ਮਹਾਰਾਜ ਅੰਮ੍ਰਿਤਸਰ ਸਾਹਿਬ ਵੀ ਪਹੁੰਚੇ। ਆਪਾਂ ਇਤਿਹਾਸ ਜਾਣਦੇ ਹਾਂ। ਉਸ ਵੇਲੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਓੜੀ ਤੇ ਦਰਬਾਰ ਸਾਹਿਬ ਦੇ ਚਾਰੇ ਦਰਵਾਜ਼ੇ ਮੌਕੇ ਦੇ ਜੋ ਉੱਥੋਂ ਦੇ ਮਸੰਦ ਸਨ ਉਹਨਾਂ ਨੇ ਬੰਦ ਕਰ ਦਿੱਤੇ ਸੀ ਵੀ ਗੁਰੂ ਤੇਗ ਬਹਾਦਰ ਸਾਹਿਬ ਆ ਗਏ ਆ, ਕਿਤੇ ਇੱਥੇ ਕਬਜ਼ਾ ਹੀ ਨਾ ਕਰ ਲੈਣ ਦਰਬਾਰ ਸਾਹਿਬ ਦੇ ਉੱਤੇ। ਬੰਦ ਕਰ ਦਿੱਤੇ ਗਏ। ਮਹਾਰਾਜ ਪਿੱਛੋਂ ਹੀ ਨਮਸਕਾਰ ਕਰਕੇ ਗੁਰਦੁਆਰਾ ਥੜਾ ਸਾਹਿਬ ਬਣਿਆ ਸ੍ਰੀ ਅਕਾਲ ਤਖਤ ਸਾਹਿਬ ਦੇ ਨੇੜੇ, ਉੱਥੇ ਹੀ ਬੈਠ ਕਰਕੇ ਤੇ ਉੱਥੋਂ ਹੀ ਮਹਾਰਾਜ ਵੱਲੇਵਾਲ ਨੂੰ ਫਿਰ ਗਏ ਸਨ। ਉੱਥੇ ਮਾਈਆਂ ਨੇ ਸੇਵਾ ਵੀ ਕੀਤੀ ਸੀ ਤੇ ਮਾਈਆਂ ਉੱਤੇ ਖੁਸ਼ੀਆਂ ਵੀ ਕੀਤੀਆਂ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ। ਫਿਰ ਮਹਾਰਾਜ ਸਾਹਿਬ ਜੀ ਕੀਰਤਪੁਰ ਸਾਹਿਬ ਪਹੁੰਚਦੇ ਆ। ਫਿਰ ਪਹਾੜੀਆਂ ਤੋਂ ਜ਼ਮੀਨ ਲੈ ਕਰਕੇ ਮੁੱਲ ਖਰੀਦ ਕੇ ਤੇ ਨਗਰ ਵਸਾਉਂਦੇ ਆ। ਮਾਤਾ ਜੀ ਦੇ ਨਾਮ ਤੇ ਨਾਮ ਰੱਖਦੇ ਆ ਚੱਕ ਨਾਨਕੀ। ਫਿਰ ਸਮੇਂ ਨਾਲ ਉਸੇ ਨਗਰ ਦਾ ਨਾਮ ਸ੍ਰੀ ਅਨੰਦਪੁਰ ਸਾਹਿਬ ਰੱਖਿਆ ਜਾਂਦਾ ਹੈ। ਲੰਮਾ ਸਫ਼ਰ ਗਰੀਬ ਨਵਾਜ ਸਾਹਿਬ ਜੀ ਦਾ। ਔਰ ਸਾਧ ਸੰਗਤ ਜੀ, ਸਤਿਗੁਰੂ ਜੀ ਨੇ ਜੋ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਉਚਾਰਨ ਕੀਤੀ ਹੈ, 15 ਰਾਗਾਂ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ। ਗੌੜੀ ਰਾਗ ਤੋਂ ਲੈ ਕੇ ਤੇ ਜੈ ਜਾਵੰਤੀ ਤੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਵੱਖ-ਵੱਖ ਰਾਗਾਂ ਦੇ ਵਿੱਚ 15 ਰਾਗਾਂ ਦੇ ਵਿੱਚ 59 ਸ਼ਬਦ ਹਨ। 57 ਭੋਗ ਦੇ ਸ਼ਲੋਕ ਹਨ। ਇਹ ਸਮੁੱਚੀ ਬਾਣੀ ਨਾਮੀ ਪਾਤਸ਼ਾਹੀ ਦੇ 59 ਸ਼ਬਦ ਤੇ 57 ਸ਼ਲੋਕ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜਦੋਂ ਕਸ਼ਮੀਰੀ ਪੰਡਤਾਂ ਨੇ ਆ ਕਰਕੇ ਫਰਿਆਦ ਕਰਨੀ, ਉਹਨਾਂ ਦੀ ਬਾਹ ਫੜਨੀ, ਸਾਹਿਬਜ਼ਾਦੇ ਨੇ ਬੇਨਤੀ ਕਰਨੀ, ਜੋ ਪਿਛਲੇ ਦਿਨਾਂ ਦੇ ਵਿੱਚ ਇਹ ਬੇਨਤੀਆਂ ਕੀਤੀਆਂ ਵੀ ਗਈਆਂ ਹਨ। ਸਤਿਗੁਰੂ ਜੀ ਨੇ ਆਪ ਜਾ ਕੇ ਆਗਰੇ ਤੋਂ ਗ੍ਰਿਫਤਾਰੀ ਦੇਣੀ। ਸਾਡੇ ਸਤਿਗੁਰਾਂ ਦਾ ਇਤਿਹਾਸ ਵਿਲੱਖਣ ਹੈ ਸਾਧ ਸੰਗਤ ਜੀ। ਦੁਨੀਆ ਨਾਲੋਂ ਨਵੇਕਲਾ ਇਤਿਹਾਸ ਹੈ ਸਤਿਗੁਰਾਂ ਦਾ। ਕਦੀ ਐਸਾ ਨਹੀਂ ਹੋਇਆ ਵੀ ਆਪ ਜਾ ਕੇ ਗ੍ਰਿਫਤਾਰੀ ਦਿੱਤੀ ਜਾਵੇ। ਇਹ ਗੁਰੂ ਸਾਹਿਬ ਜੀ ਨੇ ਆਪ ਕਸ਼ਮੀਰੀ ਪੰਡਤਾਂ ਨੂੰ ਕਹਿ ਦੇਣਾ ਵੀ ਜਾਓ ਜਾ ਕੇ ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦਿਓ ਇੱਕ ਗੱਲ ਕਿ ਸਾਡੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਆ, ਜੇ ਉਹਨਾਂ ਕੱਲਿਆਂ ਨੂੰ ਤੂੰ ਮੁਸਲਮਾਨ ਬਣਾ ਲਵੇਂਗਾ ਤੇ ਸਾਨੂੰ ਕਹਿਣ ਦੀ ਲੋੜ ਨਹੀਂ, ਤੈਨੂੰ ਅਸੀਂ ਸਾਰੇ ਦੇ ਸਾਰੇ ਜਿੰਨੇ ਵੀ ਦੇਸ਼ ਵਾਸੀ ਹਿੰਦੂ ਅਸੀਂ ਆਪੇ ਮੁਸਲਮਾਨ ਬਣ ਜਾਵਾਂ। ਮਹਾਰਾਜ ਨੇ ਉੱਥੋਂ ਗ੍ਰਿਫਤਾਰੀ ਦੇਣੀ, ਦਿੱਲੀ ਜਾਣਾ, ਕਈ ਤਰ੍ਹਾਂ ਦੇ ਲਾਲਚ ਦਿੱਤੇ ਜਾਣੇ ਔਰੰਗਜ਼ੇਬ ਬਾਦਸ਼ਾਹ ਵੱਲੋਂ। ਇੱਥੋਂ ਤੀਕ ਕਹਿਣਾ ਵੀ ਸਤਿਗੁਰੂ ਜੇ ਤੁਸੀਂ ਇਸਲਾਮ ਕਬੂਲ ਕਰ ਲਵੋ ਨਾ, ਮੈਂ ਆਪਣੀ ਬੇਟੀ ਜੇਬ ਨਿਸ਼ਾ ਦਾ ਨਿਕਾਹ ਵੀ ਤੁਹਾਡੇ ਨਾਲ ਕਰਨ ਨੂੰ ਤਿਆਰ ਹਾਂ। ਆਪਣੀ ਪੁੱਤਰੀ ਦਾ ਨਿਕਾਹ ਵੀ ਕਰ ਦੇਵਾਂਗਾ ਤੁਹਾਡੇ ਨਾਲ। ਸਤਿਗੁਰੂ ਕਹਿਣ ਲੱਗੇ ਬਾਦਸ਼ਾਹ ਤੈਨੂੰ ਸ਼ਰਮ ਨਹੀਂ ਆਉਂਦੀ? ਇਹ ਗੱਲ ਕਹਿੰਦੇ ਆ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ। ਕਹਿੰਦਾ ਜੀ ਮੈਂ ਚਾਹੁੰਦਾ ਵਾਂ ਧਰਮਾਂ ਦੀ ਲੜਾਈ ਹੁੰਦੀ ਰਹਿੰਦੀ ਹੈ, ਇੱਕੋ ਹੀ ਧਰਮ ਇਸਲਾਮ ਹੋਵੇ ਤੇ ਝਗੜਾ ਹੀ ਮਿਟ ਜਾਵੇ, ਲੜਾਈ ਮੁੱਕ ਜਾਵੇ। ਸਤਿਗੁਰੂ ਕਹਿੰਦੇ ਵੀ ਜੋ ਪਰਮੇਸ਼ਰ ਨੂੰ ਭਾਉਂਦਾ ਉਹ ਹੋਵੇਗਾ, ਮਨੁੱਖ ਦੇ ਸੋਚਿਆਂ ਤੇ ਕੀਤਿਆਂ ਕੁਝ ਨਹੀਂ ਹੁੰਦਾ। ਜੇ ਵਾਹਿਗੁਰੂ ਨੂੰ ਭਾਉਂਦਾ ਹੀ ਇਹ ਹੁੰਦਾ ਵੀ ਇੱਕੋ ਹੀ ਧਰਮ ਹੁੰਦਾ ਤੇ ਫਿਰ ਉਹ ਹਿੰਦੂਆਂ ਦੇ ਘਰੇ ਕਿਸੇ ਨੂੰ ਜਨਮ ਨਾ ਦਿੰਦਾ। ਜਿਵੇਂ ਬਾਦਸ਼ਾਹ ਤੈਨੂੰ ਆਪਣਾ ਧਰਮ ਪਿਆਰਾ, ਹਿੰਦੂਆਂ ਨੂੰ ਆਪਣਾ ਧਰਮ ਪਿਆਰਾ, ਸਾਨੂੰ ਆਪਣਾ ਪਿਆਰਾ। ਕਿਸੇ ਨੂੰ ਜ਼ਬਰਦਸਤੀ ਧਰਮ ਨਹੀਂ ਤਬਦੀਲ ਕਰਵਾਉਣਾ ਚਾਹੀਦਾ। ਉਂਝ ਵਿਚਾਰਨ ਵਾਲੀ ਗੱਲ ਹੈ ਸਾਧ ਸੰਗਤ ਜੀ, ਜਿਸ ਦਾ ਧਰਮ ਤਬਦੀਲ ਕਰਵਾਇਆ ਜਾਵੇ ਲਾਲਚ ਦੇ ਕੇ, ਜਿਵੇਂ ਔਰੰਗਜ਼ੇਬ ਬਾਦਸ਼ਾਹ ਕਰਦਾ ਸੀ, ਉਹਨੇ ਆਖਿਆ ਸੀ ਵੀ ਲਾਲਚ ਦੇ ਕਰਕੇ ਮੁਸਲਮਾਨ ਬਣਾਓ, ਨੌਕਰੀਆਂ ਦਾ ਲਾਲਚ ਦਿਓ, ਨਿਕਾਹ ਦਾ ਲਾਲਚ ਦਿਓ, ਵੀ ਜੇ ਇਸ ਤਰ੍ਹਾਂ ਨਾ ਮੰਨਣ ਤੇ ਫਿਰ ਡਰਾ ਧਮਕਾ ਕੇ ਇਹਨਾਂ ਦੇ ਜਨੇਊ ਲਾਓ, ਜੇ ਫਿਰ ਵੀ ਨਹੀਂ ਮੰਨਦੇ ਤੇ ਕਤਲ ਕਰ ਦਿਓ, ਖਤਮ ਕਰ ਦਿਓ। ਇਹ ਜਿਹੜਾ ਜ਼ੁਲਮ ਸੀ ਮਥੁਰਾ ਦੇ ਵਿੱਚ, ਅਯੁੱਧਿਆ ਦੇ ਵਿੱਚ, ਕਾਂਸ਼ੀ ਦੇ ਵਿੱਚ ਔਰ ਸਾਧ ਸੰਗਤ ਜੀ ਪ੍ਰਯਾਗ ਰਾਜ ਦੇ ਉੱਤੇ
ਤੇ ਕਸ਼ਮੀਰ ਦੇ ਇਲਾਕੇ ਵਿੱਚ ਇਹ ਜ਼ੁਲਮ ਕੀਤਾ ਗਿਆ। ਇਹਨਾਂ ਸ਼ਹਿਰਾਂ ਦੇ ਵਿੱਚ ਜੋ ਹਿੰਦੂ ਧਰਮ ਦੇ ਵੱਡੇ ਵੱਡੇ ਸ਼ਹਿਰ ਸੀ ਨਾ, ਉਹਨਾਂ 'ਚ ਜ਼ੁਲਮ ਕੀਤਾ ਗਿਆ, ਜਿੱਥੇ ਬਹੁਤ ਜ਼ਿਆਦਾ ਆਬਾਦੀ ਵਸਦੀ ਸੀ। ਤੇ ਲਿਖਿਆ ਇਤਿਹਾਸ ਵਿੱਚ ਜਦੋਂ ਇਹਨਾਂ ਇਲਾਕਿਆਂ 'ਚ ਜ਼ੁਲਮ ਕੀਤਾ ਗਿਆ ਤੇ ਇੱਕ ਇੱਕ ਦਿਨ ਦੇ ਵਿੱਚ 1.25 ਮਣ ਜੰਝੂ ਵੀ ਲੱਥੇ ਕਈਆਂ ਦਿਨਾਂ ਦੇ ਵਿੱਚ। ਇੱਕ ਨਿੱਕਾ ਜਿਹਾ ਧਾਗਾ ਹੀ ਹੁੰਦਾ ਹੈ ਨਾ, ਉਹਦਾ ਭਾਰ ਕਿੰਨਾ ਕੁ ਹੁੰਦਾ ਹੈ। ਕਈ ਲੋਕ ਇਹਦੇ ਤੇ ਕਿੰਤੂ ਵੀ ਕਰਦੇ ਆ, ਕਹਿੰਦੇ ਵੀ ਐਵੇਂ ਬਣਾਈਆਂ ਗੱਲਾਂ, 1.25 ਮਣ ਕਹਿੰਦੇ ਵੀ ਜੰਝੂ ਜਿਹੜਾ ਉਹ ਕਿਤਨਾ ਹੋ ਜਾਂਦਾ ਹੈ। ਪਰ ਲਿਖਿਆ ਇਤਿਹਾਸ ਵਿੱਚ ਵੀ ਮਥੁਰਾ ਵਿੱਚ ਵੀ ਜ਼ੁਲਮ ਕੀਤਾ ਗਿਆ, ਅਯੁੱਧਿਆ ਵਿੱਚ ਵੀ ਜ਼ੁਲਮ ਕੀਤਾ ਗਿਆ, ਔਰ ਕਾਂਸ਼ੀ ਦੇ ਵਿੱਚ ਵੀ ਜ਼ੁਲਮ ਕੀਤਾ ਗਿਆ ਔਰੰਗਜ਼ੇਬ ਵੱਲੋਂ। ਇਹਨਾਂ ਸਾਰੇ ਇਲਾਕਿਆਂ ਵਿੱਚੋਂ ਕਸ਼ਮੀਰ ਦੇ ਵਿੱਚ ਵੀ ਤੇ ਹੋਰ ਇਲਾਕਿਆਂ ਦੇ ਵਿੱਚ ਵੀ ਜਦੋਂ ਜ਼ੁਲਮ ਢਾਇਆ ਗਿਆ ਤੇ ਇੰਨੇ ਜਨੇਊ ਲਾਏ ਗਏ। ਫਿਰ ਕਸ਼ਮੀਰੀ ਪੰਡਤਾਂ ਨੇ ਮੋਹਲਤ ਮੰਗੀ ਸੀ ਤੇ ਉਹ ਨਾਵੇਂ ਪਾਤਸ਼ਾਹ ਦੀ ਸ਼ਰਨ 'ਚ ਆਏ ਸੀ ਤੇ ਨਾਵੇਂ ਪਾਤਸ਼ਾਹ ਮਹਾਰਾਜ ਨੇ ਤਾਂ ਉਹਨਾਂ ਦੀ ਬਾਂਹ ਫੜੀ ਤੇ ਗਰੀਬ ਨਵਾਜ਼ ਸਾਹਿਬ ਜੀ ਨੇ ਆਖਿਆ ਵੀ ਬਾਦਸ਼ਾਹ, ਜੋ ਪਰਮੇਸ਼ਰ ਨੂੰ ਭਾਉਂਦਾ ਹੈ ਉਹ ਕੁਝ ਹੋਵੇਗਾ। ਬੜੇ ਲਾਲਚ ਦਿੱਤੇ, ਬੜੇ ਡਰਾਵੇ ਦਿੱਤੇ। ਆਖਿਰਕਾਰ ਸਤਿਗੁਰੂ ਸਾਹਿਬ ਜੀ ਨੂੰ ਇੱਕ ਭੂਤਾਂ ਵਾਲੀ ਹਵੇਲੀ 'ਚ ਵੀ ਪਹਿਲਾਂ ਰੱਖਿਆ ਗਿਆ, ਉੱਥੇ ਉਹਨਾਂ ਦੀ ਵੀ ਮਹਾਰਾਜ ਨੇ ਕਲਿਆਣ ਕੀਤੀ। ਗਰੀਬ ਨਵਾਜ਼ ਸਾਹਿਬ ਜੀ ਨੂੰ ਫਿਰ ਲੋਹੇ ਦੇ ਪਿੰਜਰੇ ਦੇ ਵਿੱਚ ਪਾਇਆ ਗਿਆ, ਔਰ ਉਹ ਲੋਹੇ ਦਾ ਪਿੰਜਰਾ ਇਸ ਤਰ੍ਹਾਂ ਦਾ ਬਣਿਆ ਸੀ ਜਿਸ ਦੇ ਵਿੱਚ ਸਿੱਧਾ ਖਲੋਤਾ ਨਹੀਂ ਜਾ ਸਕਦਾ, ਸੱਜੇ ਖੱਬੇ ਨਹੀਂ ਹੋਇਆ ਜਾ ਸਕਦਾ, ਬੈਠਾ ਵੀ ਨਹੀਂ ਜਾ ਸਕਦਾ। ਐਸਾ ਲਿਖਿਆ ਇਤਿਹਾਸ ਵਿੱਚ ਵੀ ਅੰਦਰ ਨੂੰ ਸੂਏ ਤਿੱਖੇ ਲੱਗੇ ਹੋਏ ਸਨ। ਖਿਆਲ ਸੀ ਵੀ ਕਿਸੇ ਤਰੀਕੇ ਨਾਲ ਇਹ ਸਾਡੀ ਗੱਲ ਮੰਨ ਜਾਣਗੇ, ਪਰ ਸਤਿਗੁਰੂ ਗਰੀਬ ਨਵਾਜ਼ ਨੂੰ ਕੌਣ ਡਲਾਉਣ ਵਾਲਾ ਹੈ। ਇੱਧਰ ਪਿੰਜਰੇ ਵਿੱਚ ਵੀ ਬੈਠੇ ਹੋਏ ਆ, ਉਧਰ ਸਿੱਖਾਂ ਦੇ ਘਰਾਂ ਵਿੱਚ ਸਿੱਖਾਂ ਨੂੰ ਦਰਸ਼ਨ ਦੇ ਕੇ ਭਾਵਨਾ ਵੀ ਪੂਰੀਆਂ ਕਰ ਰਹੇ। ਇੱਧਰ ਪਿੰਜਰੇ 'ਚ ਵੀ ਬੈਠੇ ਆ, ਉਧਰ ਮਹਾਰਾਜ ਸਾਹਿਬ ਜੀ ਨਦੀ ਤੇ ਅੰਮ੍ਰਿਤ ਵੇਲੇ ਇਸ਼ਨਾਨ ਵੀ ਕਰਦੇ ਕਈਆਂ ਨੇ ਵੇਖੇ। ਸਿੱਖਾਂ ਨੂੰ ਕੈਦ ਕੀਤਾ, ਵਾਰੀ ਵਾਰੀ ਸਿੱਖਾਂ ਨੂੰ ਫਤਵੇ ਲਾ ਕਰਕੇ ਕਤਲ ਕੀਤਾ ਗਿਆ, ਸ਼ਹੀਦ ਕੀਤਾ ਗਿਆ। ਭਾਈ ਮਤੀ ਦਾਸ ਸਾਹਿਬ ਜੀ ਨੂੰ ਆਰੇ ਦੇ ਨਾਲ ਚੀਰ ਕਰਕੇ ਸ਼ਹੀਦ ਕਰ ਦਿੱਤਾ ਗਿਆ। ਸਿੱਖ ਜਪਜੀ ਸਾਹਿਬ ਦਾ ਪਾਠ ਕਰਦਾ ਹੋਇਆ ਸ਼ਹੀਦ ਹੋਇਆ। ਦੋਹਾਂ ਟੋਟਿਆਂ ਵਿੱਚੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਸਰੀਰ ਦੇ ਦੋਹਾਂ ਟੁਕੜਿਆਂ 'ਚ। ਭਾਈ ਸਤੀ ਦਾਸ ਜੀ ਨੂੰ ਰੂਹ ਵਿੱਚ ਲਪੇਟ ਕੇ ਸ਼ਹੀਦ ਕੀਤਾ ਗਿਆ। ਭਾਈ ਦਿਆਲਾ ਜੀ ਨੂੰ ਦੇਗ ਵਿੱਚ ਉਬਾਲ ਕੇ ਸ਼ਹੀਦ ਕੀਤਾ ਗਿਆ। ਪਰ ਸਿੱਖਾਂ ਨੇ ਇੱਕ ਵੀ ਲਾਲਚ ਨਹੀਂ ਮੰਨਿਆ। ਲਾਲਚ ਦਿੱਤੇ ਜਾਂਦੇ ਸੀ, ਤੁਹਾਨੂੰ ਕੋਈ ਅਹੁਦਾ ਦਿੱਤਾ ਜਾਵੇਗਾ, ਮੁਰਾਤਬਾ ਦਿੱਤਾ ਜਾਵੇਗਾ, ਕਿਸੇ ਇਲਾਕੇ ਦੇ ਤੁਹਾਨੂੰ ਸੂਬੇ ਬਣਾ ਦਿੱਤਾ ਜਾਵੇਗਾ, ਤੁਸੀਂ ਸਿੱਖੀ ਛੱਡ ਦਿਓ, ਕੇਸ ਕਤਲ ਕਰ ਦਿਓ, ਕਲਮਾ ਪੜ੍ਹ ਲਓ, ਮੁਸਲਮਾਨ ਬਣ ਜਾਓ। ਕਹਿਣ ਲੱਗੇ ਨਹੀਂ, ਸਾਨੂੰ ਸਭ ਤੋਂ ਵੱਧ ਸਿੱਖੀ ਪਿਆਰੀ ਹੈ। ਉਹਨਾਂ ਗੁਰੂ ਕੇ ਲਾਲਾਂ ਨੇ ਇਹ ਸਾਧ ਸੰਗਤ ਜੀ ਪਹਿਰਾ ਦਿੱਤਾ ਸਿੱਖੀ ਦੇ ਉੱਤੇ ਵੀ ਸਿਰ ਭਾਵੇਂ ਚਲੇ ਜਾਵੇ ਪਰ ਸਿੱਖੀ ਨਹੀਂ ਤਿਆਗੀ ਜਾ ਸਕਦੀ, ਕੇਸ ਨਹੀਂ ਬਣਾਏ ਜਾ ਸਕਦੇ। ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਐਸੇ ਉਹ ਗੁਰੂ ਕੇ ਪਿਆਰੇ ਸਿੱਖ ਸ਼ਹੀਦ ਹੋਏ। ਖਿਆਲ ਸੀ ਇਹਨਾਂ ਦਾ ਵੀ ਸਤਿਗੁਰੂ ਨਾਵੇਂ ਪਾਤਸ਼ਾਹ ਇਹਨਾਂ ਸਿੱਖਾਂ ਨੂੰ ਜਿਸ ਵੇਲੇ ਅਸੀਂ ਕੋਹ ਕੇ ਤਸੀਹੇ ਦੇ ਕੇ ਖਤਮ ਕਰਾਂਗੇ, ਵੇਖ ਕੇ ਡੋਲ ਜਾਣਗੇ। ਆਖਿਰਕਾਰ ਫਿਰ ਔਰੰਗਜ਼ੇਬ ਬਾਦਸ਼ਾਹ ਨੇ ਆਖਿਆ ਕਿ ਸਤਿਗੁਰੂ ਜੀ ਤੁਹਾਡਾ ਕੀ ਖਿਆਲ ਹੈ, ਤੁਸੀਂ ਇਸਲਾਮ ਵਿੱਚ ਆ ਜਾਓ, ਅਸੀਂ ਪੀਰ ਕਰਕੇ ਪੂਜਾਂਗੇ ਤੁਹਾਨੂੰ। ਪਰ ਮਹਾਰਾਜ ਕਹਿਣ ਲੱਗੇ, ਬਾਦਸ਼ਾਹ ਜਿਵੇਂ ਵਾਹਿਗੁਰੂ ਨੂੰ ਭਾਉਂਦਾ ਉਸੇ ਤਰ੍ਹਾਂ ਹੋਣਾ ਹੈ। ਕਹਿੰਦਾ ਮੈਂ ਚਾਹੁੰਦਾ ਦੋਵਾਂ ਤੋਂ ਇੱਕ ਕਰ ਦੇਵਾਂ ਧਰਮ। ਸਤਿਗੁਰੂ ਕਹਿੰਦੇ ਨਹੀਂ, ਸਾਡੀ ਕੁਰਬਾਨੀ ਹੋਵੇਗੀ, ਤੂੰ ਦੋਵਾਂ ਤੋਂ ਇੱਕ ਕਰਨਾ ਚਾਹੁੰਦਾ ਹੈ, ਤੀਜਾ ਖਾਲਸਾ ਪੰਥ ਪ੍ਰਗਟ ਹੋ ਜਾਵੇਗਾ, ਤੀਜਾ ਧਰਮ ਪੈਦਾ ਹੋ ਜਾਵੇਗਾ। ਲੰਮਾ ਇਤਿਹਾਸ ਹੈ ਸਾਧ ਸੰਗਤ ਜੀ, ਸਾਰੀ ਗਾਥਾ ਇੰਨੇ ਸਮੇਂ 'ਚ ਬੇਨਤੀ ਨਹੀਂ ਕੀਤੀ ਜਾ ਸਕਦੀ। ਗਰੀਬ ਨਵਾਜ਼ ਸਾਹਿਬ ਨੇ ਆਖਿਆ, ਬਾਦਸ਼ਾਹ 5 ਮਣ ਕਾਲੀਆਂ ਮਿਰਚਾਂ ਸਾੜ, ਉਹਦੇ 'ਚ ਤੈਨੂੰ ਤੇਰਾ ਉੱਤਰ ਮਿਲੇਗਾ। ਮਹਾਰਾਜ ਦਾ ਬਚਨ ਮੰਨਿਆ ਤੇ 5 ਮਣ ਕਾਲੀਆਂ ਮਿਰਚਾਂ ਸਾੜੀਆਂ। ਤੇ ਸਤਿਗੁਰੂ ਕਹਿੰਦੇ ਜਦੋਂ ਸਵਾਹ ਠੰਡੀ ਹੋ ਜਾਵੇਗੀ ਤੇ ਛਾਣ ਕੇ ਜਿੰਨੀਆਂ ਸਾਬਤ ਬਚਨ ਉਨੀਆਂ ਸਾਡੇ ਕੋਲੇ ਲੈ ਕੇ ਆਣ। ਜਦੋਂ ਸਵਾਹ ਠੰਡੀ ਹੋਈ, ਛਾਣੀਆਂ ਗਈਆਂ ਰਾਖ, 5 ਮਣ ਮਿਰਚਾਂ ਦੀ ਰਾਖ
ਉਹਦੇ ਚੋਂ 3 ਸਾਬਤ ਨਿਕਲੀਆਂ। 3 ਇਸੇ ਪਵਿੱਤਰ ਗ੍ਰੰਥ ਦੇ ਵਿੱਚ ਇਹ ਵਚਨ ਲਿਖੇ ਹੋਏ ਆ, ਜਿਸ ਤੋਂ ਆਪਾਂ ਰੋਜ਼ ਕਥਾ ਪੜ੍ਹਦੇ ਸੁਣਦੇ। 3 ਸਾਬਤ ਨਿਕਲੀਆਂ ਤੇ ਹੱਥ ਦੀ ਹਥੇਲੀ ਤੇ ਰੱਖ ਕੇ ਬਾਦਸ਼ਾਹ ਔਰੰਗਜ਼ੇਬ ਗੁਰੂ ਸਾਹਿਬ ਦੇ ਪਾਸ ਆਇਆ। ਕਹਿੰਦਾ ਕਿ 3 ਮਿਰਚਾਂ ਸਾਬਤ ਨਿਕਲੀਆਂ। 5 ਮਣ ਮਿਰਚਾਂ ਸਾੜੀਆਂ ਸੀ, ਉਹਦੇ ਚੋਂ 3 ਮਿਰਚਾਂ ਸਾਬਤ ਨਿਕਲੀਆਂ। ਕਹਿੰਦੇ ਬਾਦਸ਼ਾਹ ਤੈਨੂੰ ਹਾਲੇ ਸਮਝ ਨਹੀਂ ਆਈ, ਇਹ ਉੱਤਰ ਵਾ ਤੇਰਾ। ਤੂੰ ਦੋਹਾਂ ਧਰਮਾਂ ਤੋਂ ਇੱਕ ਕਰਨਾ ਚਾਹੁੰਦਾ ਹੈ। ਸਾਡੀ ਸ਼ਹੀਦੀ ਤੋਂ ਬਾਅਦ ਤੀਜਾ ਖਾਲਸਾ ਪੰਥ ਪ੍ਰਗਟ ਹੋਣਾ ਹੈ। ਬੋਲੇ ਸੋ ਨਿਹਾਲ। ਫਿਰ ਇਹਨੇ ਹੋਰ ਵੀ ਕਈ ਯਤਨ ਕੀਤੇ ਔਰੰਗਜ਼ੇਬ ਬਾਦਸ਼ਾਹ ਨੇ। ਇਹਨੇ ਆਖਿਆ ਮੌਲਾਣਿਆਂ ਦੇ ਨਾਲ, ਮੌਲਾਣਿਆਂ ਦੀ ਸਲਾਹ ਲੈਂਦਾ ਸੀ, ਮੌਲਵੀਆਂ ਦੀ, ਕਾਜ਼ੀਆਂ ਦੀ। ਉਹਨਾਂ ਨੇ ਆਖਿਆ ਵੀ ਆਪਣਾ ਨਾ ਕਲਮਾ ਪੜ੍ਹਿਆ ਮਾਸ ਖਵਾਓ ਗੁਰੂ ਤੇਗ ਬਹਾਦਰ ਸਾਹਿਬ ਨੂੰ। ਕਲਮਾ ਪੜ੍ਹਿਆ ਮਾਸ, ਉਹ ਰਿੰਨ ਕੇ ਕਲਮਾ ਪੜ੍ਹਿਆ ਮਾਸ ਤੇ ਮਹਾਰਾਜ ਦੇ ਪਿੰਜਰੇ ਕੋਲੇ ਲੈ ਆਏ ਵੀ ਜ਼ਬਰਦਸਤੀ ਖਵਾ ਦੇਵਾਂਗੇ ਕਲਮਾ ਪੜ੍ਹਿਆ ਮਾਸ, ਇਹਨਾਂ ਦਾ ਧਰਮ ਭ੍ਰਿਸ਼ਟ ਕਰ ਦੇਵਾਂਗੇ। ਤੇ ਸਤਿਗੁਰੂ ਸੱਚੇ ਪਾਤਸ਼ਾਹੀ ਦੇ ਪਾਸ ਜਦੋਂ ਲੈ ਕੇ ਆਏ, ਅੰਤਰਜਾਮੀ ਮਹਾਰਾਜ ਕਹਿੰਦੇ ਵੀ ਇਹ ਦੇਗਚੇ ਦਾ ਢੱਕਣ ਤੇ ਲਾਓ। ਜਦੋਂ ਉਹਦਾ ਢੱਕਣ ਲਾਇਆ ਤੇ ਵਿੱਚੋਂ ਨਿੱਕੇ ਨਿੱਕੇ ਸੂਰ ਛਾਲਾਂ ਮਾਰ ਕੇ ਬਾਹਰ ਨਿਕਲਣ ਲੱਗ ਪਏ। ਨਿੱਕੇ ਨਿੱਕੇ ਸੂਰ, ਉਹ ਸੂਰ ਤੋਂ ਬੜੀ ਨਫ਼ਰਤ ਕਰਦੇ ਆ ਨਾ, ਘਿਰਨਾ ਕਰਦੇ। ਉਸ ਸੂਰ, ਉਸ ਗਾਏ, ਮੁਸਲਮਾਨ ਸੂਰ ਤੋਂ ਬੜੀ ਘਿਰਨਾ ਕਰਦੇ। ਉਹ ਨਿੱਕੇ ਨਿੱਕੇ ਸੂਰ, ਕੋਈ ਸਹਿ ਜਿੱਡੇ, ਕੋਈ ਬਿੱਲੀ ਜਿੱਡੇ, ਕੋਈ ਚੂਹਿਆਂ ਜਿੱਡੇ, ਉਹ ਛਾਲਾਂ ਮਾਰ ਮਾਰ ਕੇ ਉਹ ਮਾਸ ਦੀਆਂ ਬੋਟੀਆਂ ਦੇ ਸਾਰੇ ਸੂਰ ਬਣ ਗਏ। ਉਹ ਛਾਲਾਂ ਮਾਰ ਕੇ ਭੱਜੇ ਫਿਰਨ ਤੇ ਸਿਪਾਹੀ ਅੱਗੇ ਭੱਜੇ ਫਿਰਨ ਵੀ ਇਹ ਸੂਰ ਕਿਤਨਾ। ਸੁਤੇ ਸਿੱਧ ਐਸੇ ਮਹਾਰਾਜ ਨੇ ਕਈ ਕੌਤਕ ਕੀਤੇ। ਜਦੋਂ ਬਾਦਸ਼ਾਹ ਕਹਿੰਦਾ ਸੀ ਨਾ ਵੀ ਬਾਬੇ ਰਾਮ ਰਾਏ ਨੇ ਤਾਂ ਕਈ ਕਰਾਮਾਤਾਂ ਵਿਖਾਈਆਂ, ਤੁਸੀਂ ਕਿਉਂ ਨਹੀਂ ਵਿਖਾਉਂਦੇ ਹੋ? ਮਹਾਰਾਜ ਕਹਿੰਦੇ ਕਰਾਮਾਤ ਤੇ ਕਹਿ ਰਾ। ਸੁਤੇ ਸਿੱਧ ਗਰੀਬ ਨਵਾਜ ਨੇ ਕਈ ਕੌਤਕ ਕੀਤੇ ਆ, ਪਰ ਬਾਦਸ਼ਾਹ ਆਪਣੇ ਜ਼ੋਰ ਦੇ ਨਾਲ ਕਰਾਮਾਤ ਵੇਖਣਾ ਚਾਹੁੰਦਾ ਸੀ। ਮਹਾਰਾਜ ਨੇ ਉਹਦੇ ਜ਼ੋਰ ਨਾਲ ਨਹੀਂ ਵਿਖਾਏ। ਜਿਹੜੇ ਪ੍ਰਭੂ ਦੇ ਪਿਆਰੇ ਭਗਤ ਤੇ ਸੰਤ ਵਾ, ਉਹ ਆਪਣੀ ਖੁਸ਼ੀ ਵਿੱਚ ਤੇ ਕਈ ਕੁਝ ਕਰਦੇ ਆ, ਪਰ ਜਦੋਂ ਕੋਈ ਕਵੇ ਫਿਰ ਕੁਝ ਨਹੀਂ ਕਰਦੇ। ਜਿਵੇਂ ਭਗਤ ਨਾਮਦੇਵ ਸਾਹਿਬ ਜੀ ਦੇ ਬਾਰੇ ਆਪਾਂ ਬਾਣੀ ਚੋਂ ਪੜ੍ਹਦੇ ਹਾਂ। ਜਦੋਂ ਬਾਦਸ਼ਾਹ ਕਹਿੰਦਾ ਸੀ ਉਸ ਵੇਲੇ ਨਹੀਂ ਸੀ ਆਖਿਆ ਨਹੀਂ, ਜੋ ਪਰਮੇਸ਼ਰ ਕਰਦਾ ਉਹ ਕੁਝ ਹੋਵੇਗਾ, ਮੇਰਾ ਕੀਤਾ ਕੁਝ ਨਹੀਂ ਹੁੰਦਾ। ਸਤਿਗੁਰੂ ਗਰੀਬ ਨਵਾਜ ਨੂੰ ਕਹਿਣ ਲੱਗੇ ਵੀ ਫਿਰ 3 ਵਾ ਤੁਹਾਡੇ ਅੱਗੇ, ਇੱਕ ਆ ਵੀ ਜਾਂ ਕਰਾਮਾਤ ਵਿਖਾਓ, ਦੂਸਰਾ ਜਾਂ ਫਿਰ ਮੁਸਲਮਾਨ ਹੋਵੋ। ਪਹਿਲੀ ਗੱਲ ਆ ਵੀ ਮੁਸਲਮਾਨ ਹੋਵੋ, ਜਾਂ ਕਰਾਮਾਤ ਵਿਖਾਓ, ਨਹੀਂ ਤੇ ਮਰਨ ਵਾਸਤੇ ਤਿਆਰ ਹੋ ਜਾਓ। ਸਤਿਗੁਰੂ ਕਹਿੰਦੇ ਬਾਦਸ਼ਾਹ ਮੌਤ ਤਾਂ ਹਰ ਇੱਕ ਨੂੰ ਆਉਣੀ ਹੈ, ਪਰ ਜਿਹੜਾ ਸੱਚ ਨਾਲ ਜੁੜ ਜਾਂਦਾ ਹੈ, ਧਰਮ ਤੇ ਚੱਲਦਾ ਹੈ, ਉਹ ਅਮਰ ਹੋ ਜਾਂਦਾ ਹੈ। ਅਸੀਂ ਤਿਆਰ ਹਾਂ। ਅੱਜ ਦਾ ਦਿਨ ਆਇਆ ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ, ਦੁਪਹਿਰ ਦਾ ਵੇਲਾ ਹੈ। ਇਤਿਹਾਸ ਵਿੱਚ ਲਿਖਿਆ ਕਿ ਦੁਪਹਿਰ ਢਲੀ ਤੋਂ 1 ਘੜੀ, ਦੁਪਹਿਰ ਦਾ ਸਮਾਂ 12 ਵਜੇ ਤੱਕ ਹੁੰਦਾ ਹੈ ਨਾ, ਤੇ 1 ਘੜੀ ਦੁਪਹਿਰ ਢਲੀ ਤੋਂ ਭਾਵ ਹੈ ਕਿ 12:24 ਦਾ ਸਮਾਂ ਸੀ ਜਿਸ ਵੇਲੇ ਗੁਰੂ ਜੀ ਦੀ ਸ਼ਹੀਦੀ ਹੋਈ। ਅੱਜ ਦੇ ਦਿਨ 1675 ਈਸਵੀ ਸਨ ਹੈ ਤੇ 1732 ਬਿਕਰਮੀ ਸੰਮਤ ਹੈ। ਮੱਘਰ ਸੁਦੀ ਤੇ ਪੰਚਮੀ ਦਾ ਦਿਨ ਹੈ। ਅੱਜ ਮੱਘਰ ਸੁਦੀ ਪੰਚਮੀ ਦਾ ਦਿਨ ਹੈ। ਮੱਘਰ ਦਾ ਮਹੀਨਾ ਹੈ, ਸੁਦੀ ਪੰਚਮੀ ਹੈ। ਔਰ ਸਤਿਗੁਰੂ ਜੀ ਨੇ ਇਸ਼ਨਾਨ ਕੀਤਾ ਹੈ। ਅੱਜ ਵੀ ਜੋ ਸੀਸਗੰਜ ਸਾਹਿਬ ਖੂਹੀ ਹੈ ਗੁਰਦੁਆਰਾ ਸਾਹਿਬ ਦੇ ਅੰਦਰ ਹੇਠਾਂ, ਉਸ ਖੂਹੀ ਦੇ ਜਲ ਦੇ ਨਾਲ ਇਸ਼ਨਾਨ ਕੀਤਾ ਤੇ ਮਹਾਰਾਜ ਸਾਹਿਬ ਜੀ ਨੇ ਫਿਰ ਜਪਜੀ ਸਾਹਿਬ ਦਾ ਪਾਠ ਕੀਤਾ। 12 ਵਜੇ ਤੋਂ 1 ਘੜੀ ਉੱਪਰ ਜਪਜੀ ਸਾਹਿਬ ਦਾ ਪਾਠ ਕੀਤਾ। ਜਲਾਦ ਨੂੰ ਕਹਿ ਦਿੱਤਾ ਮਹਾਰਾਜ ਸਾਹਿਬ ਜੀ ਨੇ ਕਿ ਜਿਸ ਵੇਲੇ ਅਸੀਂ ਜਪਜੀ ਸਾਹਿਬ ਦਾ ਪਾਠ ਕਰਕੇ ਸੀਸ ਝੁਕਾਵਾਂਗੇ ਤੇ ਉਸ ਵੇਲੇ ਤੂੰ ਆਪਣੀ ਤਲਵਾਰ ਦਾ ਵਾਰ ਸਾਡੇ ਸੀਸ ਤੇ ਕਰੀ। ਜ਼ਬਰ ਤੇ ਜ਼ੁਲਮ ਦਾ ਮੁਕਾਬਲਾ ਸਬਰ ਤੇ ਸ਼ਾਂਤੀ ਨਾਲ ਕੀਤਾ ਸਤਿਗੁਰੂ ਨਾਮੇ ਪਾਤਸ਼ਾਹ। ਜਪਜੀ ਸਾਹਿਬ ਦਾ ਪਾਠ ਕੀਤਾ ਹੋਇਆ ਹੈ, ਚੌਂਕੜੀ ਲਾਈ ਹੈ, ਜਦੋਂ ਸੀਸ ਝੁਕਾਇਆ ਹੈ ਤੇ ਉਸ ਵੇਲੇ ਜਲਾਦ ਨੇ ਮਹਾਰਾਜ ਦੇ ਸੀਸ ਦੇ ਉੱਤੇ ਤਲਵਾਰ ਦਾ ਵਾਰ ਕੀਤਾ ਹੈ। ਸਤਿਗੁਰੂ ਜੀ ਦਾ ਸੀਸ ਧੜ ਤੋਂ ਵੱਖਰਾ ਹੋਇਆ। ਮਹਾਰਾਜ ਸਾਹਿਬ ਜੀ ਦੀ ਸ਼ਹੀਦੀ ਹੋਈ ਹੈ। ਉਸ ਮੌਕੇ ਦੇ ਉੱਤੇ ਲਾਲ ਰੰਗ ਦੀ ਹਨੇਰੀ ਵਗੀ ਸਾਧ ਸੰਗਤ।
ਗਹਿਰ ਚੜੀ ਹੈ, ਲਾਲ ਰੰਗ ਦੀ ਹਨੇਰੀ ਵਗਦੀ ਹੈ, ਝੱਖੜ ਝੁੱਲਦਾ ਹੈ। ਤੇ ਲੋਕ ਦਿੱਲੀ ਦੇ ਤਰਾਹ ਤਰਾਹ ਕਰ ਰਹੇ ਸਨ ਵੀ ਔਰੰਗਜ਼ੇਬ ਬਾਦਸ਼ਾਹ ਨੇ ਏਡਾ ਵੱਡਾ ਜ਼ੁਲਮ ਕੀਤਾ ਹੈ, ਕਿਤੇ ਇਹ ਧਰਤੀ ਨਾ ਨਿੱਗਰ ਜਾਂਦੀ ਹੋਵੇ। ਸਤਿਗੁਰਾਂ ਦੀ ਸ਼ਹਾਦਤ। ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੀ ਰਸਨਾ ਤੋਂ ਬਚਨ ਫਰਮਾਏ, ਤਿਲਕ ਜੰਨੂ ਰਾਖਾ ਪ੍ਰਭ ਤਾਕਾ, ਕੀਨੋ ਵੱਡੋ ਕਲੂ ਮਹਿ ਸਾਕਾ, ਸਾਧਨ ਹੇਤ ਇਤੀ ਜਿਨ ਕਰੀ ਸੀਸ ਦੀਆ, ਪਰ ਸੀ ਨਾ ਉਚਰੀ। ਸੀਸ ਦੇ ਦਿੱਤਾ ਪਰ ਸੀ ਨਹੀਂ ਉਚਾਰੀ। ਧਰਮ ਹੇਤ ਸਾਕਾ ਜਿਨ ਕੀਆ, ਸੀਸ ਦੀਆ ਪਰ ਸਿਰਰ ਨਾ ਦੀਆ। ਜਿਹੜਾ ਸਿਰੜ ਸੀ ਨਾ, ਪ੍ਰਣ ਕੀਤਾ ਹੋਇਆ ਸੀ, ਵੀ ਜਾਓ ਕਸ਼ਮੀਰੀ ਪੰਡਤੋ ਜਾ ਕੇ ਕਹਿ ਦਿਓ ਵੀ ਸਾਡੇ ਸਤਿਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਹਨ, ਉਹਨਾਂ ਇਕੱਲਿਆਂ ਨੂੰ ਮੁਸਲਮਾਨ ਬਣਾ ਲਓ ਤੇ ਅਸੀਂ ਤਮਾਮ ਸਾਰੇ ਦੇਸ਼ ਵਾਸੀ ਹਿੰਦੂ ਮੁਸਲਮਾਨ ਬਣ ਜਾਵਾਂਗੇ। ਉਹ ਆਪਣਾ ਸਿਰਰ ਨਹੀਂ ਦਿੱਤਾ ਹੈ, ਪ੍ਰਤੱਗਿਆ ਨਹੀਂ ਦਿੱਤੀ ਹੈ, ਸੀਸ ਦੀਆ ਪਰ ਸਿਰਰ ਨਾ ਦੀਆ। ਠੀਕਰ ਫੋਰ ਦਿੱਲੀ ਸਿਰ, ਆਪਣੇ ਸਰੀਰ ਦਾ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਤੇ ਮਹਾਰਾਜ ਨੇ ਫੋੜਿਆ। ਪ੍ਰਭਪੁਰ ਕੀਆ ਭਿਆਨ, ਤੇਗ ਬਹਾਦਰ ਸੀ ਕਿਰਿਆ, ਕਰੀ ਨਾ ਕਿਨਹੂ ਆਨ। ਦਸਮ ਪਾਤਸ਼ਾਹ ਨੇ ਆਖਿਆ, ਪਿਤਾ ਗੁਰੂ ਤੇਗ ਬਹਾਦਰ ਸਾਹਿਬ ਵਰਗੀ ਕਰਨੀ ਕਿਸੇ ਹੋਰ ਨੇ ਨਹੀਂ ਕੀਤੀ। ਵੇਖੋ, ਨਾ ਮਹਾਰਾਜ ਤਿਲਕ ਲਾਉਣ, ਨਾ ਜੰਨੂ ਪਾਉਣ। ਜਦੋਂ ਪਹਿਲੇ ਸਰੂਪ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਪੰਡਿਤ ਹਰਦਿਆਲ ਜਨੇਊ ਪਾਉਣ ਲੱਗਾ ਸੀ ਨਾ ਬਚਪਨ ਦੇ ਵਿੱਚ, ਤੇ ਉਦੋਂ ਮਹਾਰਾਜ ਨੇ ਪਵਾਇਆ ਨਹੀਂ ਸੀ। ਆਸਾ ਕੀ ਵਾਰ ਵਿੱਚ ਉਹ ਸਾਰੇ ਬਚਨ ਆਉਂਦੇ ਆ। ਸਤਿਗੁਰੂ ਕਹਿੰਦੇ ਇਹ ਜਨੇਊ ਨਹੀਂ ਚਾਹੀਦਾ, ਦਇਆ ਸੰਤੋਖ ਜਤ ਤੇ ਸਤ ਵਾਲਾ ਚਾਹੀਦਾ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵਟ, ਇਹੋ ਜਨੇਊ ਜੀ ਕਾ ਹੈ ਤਾਂ ਪਾਂਡੇ ਘੱਤ। ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੇ ਨਾ ਜਾਏ, ਧਨ ਸੋ ਮਾਨਸ ਨਾਨਕਾ ਜੋ ਗਲ ਚੱਲੇ ਪਾਏ। ਕਹਿੰਦੇ ਅਸੀਂ ਇਹ ਜਨੇਊ ਨਹੀਂ ਪਾਉਣਾ, ਇਹ ਸ਼ੁਭ ਗੁਣਾਂ ਦਾ ਤੇ ਨਾਮ ਦਾ ਜਨੇਊ ਅਸੀਂ ਪਹਿਨਿਆ ਹੋਇਆ ਹੈ। ਨਾਏ ਮੰਨਿਆ ਪਤੀ ਉਪਜੈ ਸਾ ਲਾਹੀ, ਸੱਚ ਸੂਤ ਦਰਗਹਿ ਅੰਦਰ ਪਾਈਐ, ਤਗ ਨਾ ਟੂਟ ਸਪੂਤ। ਤੇ ਆਖਿਆ ਜੇ ਜ਼ਬਰਦਸਤੀ ਕੋਈ ਲਾਉਂਦਾ ਏ ਦੂਜੇ ਦਾ ਜਨੇਊ ਤੇ ਫਿਰ ਲਾਉਣ ਨਹੀਂ ਦੇਣਾ। ਆਪ ਪਹਿਨਿਆ ਨਹੀਂ, ਐਸੀ ਕਰਨੀ। ਦੂਜੇ ਧਰਮ ਵਾਸਤੇ ਆਪ ਕੁਰਬਾਨੀ ਮਹਾਰਾਜ ਸਾਹਿਬ ਜੀ ਨੇ ਦਿੱਤੀ। ਉਂਝ ਅਸੀਂ ਇਹ ਗੱਲ ਕਹਿੰਦੇ ਆ ਵੀ ਦੂਜੇ ਧਰਮ ਵਾਸਤੇ, ਪਰ ਗੁਰੂ ਦੀ ਦ੍ਰਿਸ਼ਟੀ ਵਿੱਚ ਤੇ ਦੂਜਾ ਕੋਈ ਹੈ ਹੀ ਨਹੀਂ ਹੈ। ਕਿਉਂਕਿ ਮਹਾਰਾਜ ਸਾਹਿਬ ਜੀ ਦਾ ਘਰ ਇਹ ਹੈ। ਅੰਮ੍ਰਿਤ ਵੇਲੇ ਜੋ ਸ਼ਬਦ ਆਇਆ ਸੀ ਗੁਰਬਾਣੀ ਲੜੀਵਾਰ ਕਥਾ ਦਾ, ਉਹਦੇ ਵਿੱਚ ਉਹ ਸਾਰੇ ਪਰਮੇਸ਼ਰ ਦੇ ਨਾਮ ਜਿਹੜੇ ਹਿੰਦੂ ਧਰਮ ਵਿੱਚ ਬੋਲੇ ਜਾਂਦੇ ਆ, ਮੁਸਲਮਾਨ ਧਰਮ ਵਿੱਚ ਬੋਲੇ ਜਾਂਦੇ ਆ, ਕਰੀਮ ਰਹੀਮ, ਉਹ ਸਾਰੇ ਆਏ ਸਨ। ਮਹਾਰਾਜ ਸਾਹਿਬ ਜੀ ਦਾ ਘਰ ਤੇ ਸਾਰੀ ਸ੍ਰਿਸ਼ਟੀ ਵਾਸਤੇ ਸਾਂਝਾ ਹੈ। ਕੋਈ ਬੋਲੇ ਰਾਮ ਰਾਮ, ਕੋਈ ਖੁਦਾਏ, ਕੋਈ ਸੇਵੈ ਗੁਸਈਆਂ, ਕੋਈ ਅੱਲਾਹ ਹੈ। ਗੁਰੂ ਸਾਹਿਬ ਜੀ ਨੇ ਨਿਮਾਣਿਆਂ ਨੂੰ ਮਾਣ ਦਿੱਤਾ ਹੈ, ਨਿਤਾਣਿਆਂ ਨੂੰ ਤਾਣ, ਨਿਓਟਿਆਂ ਨੂੰ ਓਟ ਦਿੱਤੀ ਹੈ। ਕਿਉਂਕਿ ਗੁਰੂ ਦਾ ਘਰ ਹੀ ਐਸਾ ਹੈ ਜਿਹੜਾ ਆ ਕੇ ਫਰਿਆਦੀ ਹੁੰਦਾ ਹੈ। ਜਿਹੜਾ ਵੀ ਸ਼ਰਨ ਵਿੱਚ ਆ ਜਾਂਦਾ ਹੈ, ਮਹਾਰਾਜ ਨਹੀਂ ਵੇਖਦੇ ਵੀ ਇਹ ਕਿਹੜੇ ਧਰਮ ਵਾਲਾ ਹੈ। ਜੋ ਸ਼ਰਨੇ ਆਵੈ ਤਿਸ ਕੰਠ ਲਾਵੈ, ਉਹ ਬਿਰਦ ਸੁਆਮੀ ਸੰਧਾ। ਸਤਿਗੁਰੂ ਦਸਮ ਪਾਤਸ਼ਾਹ ਕਹਿੰਦੇ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਸਭ ਜਗ ਭਇਓ ਜੈ 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 ਸੁਰ ਲੋਕ। ਸੰਸਾਰ ਵਿੱਚ ਹਾਹਾਕਾਰ ਤੇ ਸੁਰ ਲੋਕ ਵਿੱਚ ਜੈ ਜੈਕਾਰ ਹੋਈ। ਗਿਆਨੀ ਗਿਆਨ ਸਿੰਘ ਜੀ ਨੇ ਇੱਕ ਬਚਨ ਕੀਤਾ, ਉਹ ਕਹਿੰਦੇ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕੁਰਬਾਨੀ ਨਾ ਕਰਦੇ, ਬਾਂਹ ਨਾ ਫੜਦੇ, ਤੇ ਕਹਿੰਦੇ ਵੀ ਇੱਥੇ ਹਿੰਦੂ ਧਰਮ ਭਾਲਿਆ ਨਹੀਂ ਸੀ ਲੱਭਣਾ। ਨਾ ਮੰਦਰ ਹੋਣੇ ਸੀ, ਨਾ ਟੱਲ ਖੜਕਣੇ ਸੀ, ਨਾ ਕੋਈ ਧੋਤੀ ਬੋਦੀ ਲੰਗੋਟੀ ਵਾਲਾ ਹੋਣਾ ਸੀ, ਨਾ ਤਿਲਕ ਵਾਲਾ ਹੋਣਾ ਸੀ, ਨਾ ਜੰਨੂ ਵਾਲਾ ਹੋਣਾ ਸੀ। ਇਹ ਨਹੀਂ ਸੀ ਰਹਿਣਾ। ਫਿਰ ਕਹਿੰਦੇ ਕੀ ਹੋਣਾ ਸੀ? ਇਹਨਾਂ ਦੇ ਥਾਂ ਦੇ ਉੱਤੇ ਰੋਜੇ ਰੱਖੇ ਜਾਣੇ ਸੀ, ਕਲਮੇ ਪੜੇ ਜਾਣੇ ਸੀ, ਮੰਦਰਾਂ ਦੇ ਥਾਂ ਤੇ ਮਸੀਤਾਂ ਉਸਰਨੀਆਂ ਸੀ, ਬਾਂਗਾਂ ਦਿੱਤੀਆਂ ਜਾਣੀਆਂ ਸੀ, ਤੇ ਸੁਨਨਤ ਵਾਲੇ ਹੋਣੇ ਸੀ। ਜਿਵੇਂ ਆਖਿਆ ਵੀ ਨਾ ਕਹੂੰ ਅਬ ਕੀ ਨਾ ਤਹੂੰ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤਾਂ ਸੁਨਨਤ ਹੋਤੀ ਸਭ ਕੀ। ਜੇ ਆਪਣੇ ਪਿਤਾ ਜੀ ਨੂੰ ਕੁਰਬਾਨ ਨਾ ਕਰਦੇ ਤੇ ਸਾਰਿਆਂ ਦੀ ਸੁਨਨਤ ਹੋਣੀ ਸੀ। ਤੇ ਗਿਆਨੀ ਗਿਆਨ ਸਿੰਘ ਜੀ ਨੇ ਆਖਿਆ, ਜਗ ਹਿੰਦ ਧਰਮ ਕਹਾ ਰਹਿਤੋ, ਅੱਗ ਤੱਗ ਤਿਲਕ ਨਾ ਦੇਖਣ ਪਾਤੇ, ਤੀਰਥ ਦੇਵ ਸਥਾਨ ਪੁਰਾਣ ਸਭੀ ਧਰਮਾਗਮ ਵੀ ਉੱਠ ਜਾਤੇ,
ਰੋਜਾ ਬਾਂਗ ਨਿਵਾਜ ਕਤੇਬ ਮਸੀਤ ਜਹੀ ਸਭ ਜਗ ਦਰਸਾਤੇ ਗੁਰ ਤੇਗ ਬਹਾਦਰ ਹਿੰਦਨ ਚਾਦਰ ਕਾਦਰ ਜਉਣਾ ਧਰਾ ਪ੍ਰਗਟਾਤੇ। ਜੇ ਕਾਦਰ ਗੁਰੂ ਤੇਗ ਬਹਾਦਰ ਸਾਹਿਬ ਧਰਤੀ ਦੇ ਨਾਂ ਪ੍ਰਗਟ ਹੁੰਦੇ। ਥੋੜੀ ਜਿਹੀ ਬੇਨਤੀ ਹੋਰ ਸਾਂਝੀ ਕਰਕੇ 2 ਮਿੰਟ ਦੀ, ਫਿਰ ਆਪਾਂ ਲੜੀਵਾਰ ਗਾਥਾ ਨਾਲ ਜੁੜਦੇ ਹਾਂ। ਜਦੋਂ ਮਹਾਰਾਜ ਦੀ ਸ਼ਹੀਦੀ ਹੁੰਦੀ ਹੈ ਤੇ ਸਤਿਗੁਰੂ ਜੀ ਦਾ ਪਾਵਨ ਸੀਸ ਭਾਈ ਜੈਤਾ ਜੀ ਬਸਤਰਾਂ ਵਿੱਚ ਲਪੇਟ ਕੇ ਛਾਤੀ ਨਾਲ ਲਾ ਕੇ ਤੇ ਅਨੰਦਪੁਰ ਸਾਹਿਬ ਨੂੰ ਚਾਲੇ ਪਾ ਦਿੰਦੇ ਆ। ਉਸੇ ਹਨੇਰੀ ਵਗਦੀ ਦੇ ਵਿੱਚ ਹੀ ਭਾਈ ਲੱਖੀ ਸ਼ਾਹ ਜੀ ਵਣਜਾਰਾ ਸਿੱਖ, ਉਹ ਮਹਾਰਾਜ ਦੇ ਪਾਵਨ ਧੜ ਨੂੰ ਗੱਡੇ ਦੇ ਉੱਤੇ ਰੱਖ ਕਰਕੇ, ਜੋ ਰੂਹ ਦੇ ਗੱਡੇ ਆ ਰਹੇ ਸੀ ਉਹਨਾਂ ਦੇ, ਆਪਣੇ ਘਰੇ ਲਿਆ ਕੇ ਘਰੇ ਹੀ ਚਿਖਾ ਤਿਆਰ ਕਰਕੇ, ਅੰਗੀਠਾ ਤਿਆਰ ਕਰਕੇ ਮਹਾਰਾਜ ਦੇ ਪਵਿੱਤਰ ਧੜ ਦਾ ਸੰਸਕਾਰ ਕਰਦੇ ਆ ਤੇ ਘਰ ਨੂੰ ਵੀ ਅੱਗ ਨਾਲ ਹੀ ਲਾ ਦਿੰਦੇ ਆ। ਤੇ ਬਾਹਰ ਖਲੋ ਕੇ ਉੱਚੀ ਉੱਚੀ ਇਹ ਗੱਲ ਵੀ ਕਹਿੰਦੇ ਆ ਵੀ ਲੋਕੋ ਮੈਂ ਲੁੱਟਿਆ ਫੁੱਟਿਆ ਗਿਆ, ਮੇਰਾ ਘਰ ਸੜ ਗਿਆ। ਨਾਲੇ ਬਾਹਰੀ ਤੌਰ ਤੇ ਡਰ ਵੀ ਸੀ ਨਾ ਬਾਦਸ਼ਾਹ ਦਾ। ਲੋਕ ਖਿਆਲ ਕਰਦੇ ਸੀ ਆ ਹਨੇਰੀ ਦੇ ਕਾਰਨ ਵਿਚਾਰੇ ਦੇ ਘਰ ਨੂੰ ਅੱਗ ਲੱਗ ਗਈ ਹੈ ਤਾਂ ਰੋ ਰਿਹਾ ਹੈ, ਪਰ ਅੰਦਰ ਦੀ ਭਾਵਨਾ ਸੀ ਮੇਰੇ ਸਤਿਗੁਰੂ ਜੀ ਸ਼ਹੀਦ ਹੋ ਗਏ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੋਂ ਸਤਿਗੁਰੂ ਨਾਵੇਂ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਧਰਮ ਦੀ ਸੁਤੰਤਰਤਾ ਵਾਸਤੇ ਕਿ ਹਰ ਇੱਕ ਨੂੰ ਆਪਣੇ ਧਰਮ ਦੇ ਵਿੱਚ ਰਹਿਣ ਦਾ ਅਧਿਕਾਰ ਹੈ, ਕਿਸੇ ਦੂਜੇ ਨੂੰ ਅਧਿਕਾਰ ਨਹੀਂ ਵੀ ਦੂਜੇ ਦੇ ਧਰਮ ਨੂੰ ਜ਼ਬਰਦਸਤੀ ਤਬਦੀਲ ਕਰਵਾਇਆ ਜਾਵੇ। ਇਸ ਕਰਕੇ ਮਹਾਰਾਜ ਸਾਹਿਬ ਜੀ ਨੇ ਤਿਲਕ ਜੰਝੂ ਦੀ ਰਾਖੀ ਕਰਦਿਆਂ ਹੋਇਆਂ ਅੱਜ ਤੋਂ 346 ਸਾਲ ਪਹਿਲਾਂ ਸ਼ਹਾਦਤ ਪ੍ਰਾਪਤ ਕੀਤੀ ਹੈ। 1975 ਦੇ ਵਿੱਚ ਮਹਾਰਾਜ ਸਾਹਿਬ ਦਾ ਪੰਥ ਨੇ 300 ਸਾਲਾ ਸ਼ਹੀਦੀ ਦਿਹਾੜਾ ਮਨਾਇਆ ਸੀ। 300 ਸਾਲਾ, ਜਿਸ ਮੌਕੇ ਦੇ ਉੱਤੇ ਸ੍ਰੀਮਾਨ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਨੇ ਵੱਡੇ ਤੌਰ ਦੇ ਉੱਤੇ 37 ਨਗਰ ਕੀਰਤਨ ਕੱਢ ਕੇ 100-100 ਕਿਲੋਮੀਟਰ ਦੇ ਤੇ ਸਿੱਖੀ ਦਾ ਪ੍ਰਚਾਰ ਕੀਤਾ ਸੀ ਤੇ ਸਿੱਖਾਂ ਤੋਂ ਇਹ ਨਾਅਰਾ ਲਵਾਇਆ ਸੀ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ। ਉਸ ਮੌਕੇ ਦੇ ਉੱਤੇ 300 ਸਾਲਾ ਸੀ, ਅੱਜ ਤੋਂ 46 ਸਾਲ ਪਹਿਲਾਂ। ਤੇ ਅੱਜ ਸਾਧ ਸੰਗਤ ਜੀ ਮਹਾਰਾਜ ਸਾਹਿਬ ਜੀ ਨੇ ਇਹ 346 ਸਾਲ ਪਹਿਲਾਂ ਅੱਜ ਤੋਂ ਇਹ ਕੁਰਬਾਨੀ ਕੀਤੀ। ਗੁਰੂ ਸਾਹਿਬ ਜੀ ਦੀ ਕੁਰਬਾਨੀ ਨੂੰ ਹਮੇਸ਼ਾ ਹਿਰਦੇ 'ਚ ਵਸਾਈਏ, ਆਪ ਗੁਰੂ ਕੇ ਇਤਿਹਾਸ ਨਾਲ ਜੁੜੀਏ, ਆਪਣੇ ਧੀਆਂ ਪੁੱਤਰਾਂ ਨੂੰ ਬੱਚਿਆਂ ਨੂੰ ਗੁਰੂ ਦਾ ਇਤਿਹਾਸ ਸੁਣਾਈਏ। ਕਈ ਵਾਰੀ ਐਸਾ ਹੁੰਦਾ ਹੈ ਦਿਹਾੜਾ ਆਉਂਦਾ ਹੈ ਚਲੇ ਜਾਂਦਾ ਹੈ, ਸਾਡੇ ਪਰਿਵਾਰ ਸਾਡੇ ਘਰਾਂ ਵਿੱਚ ਪਤਾ ਹੀ ਨਹੀਂ ਹੁੰਦਾ ਕਿ ਅੱਜ ਕਿਹੜਾ ਦਿਹਾੜਾ ਲੰਘ ਗਿਆ ਹੈ। ਸਾਡੇ ਬੱਚਿਆਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਅੱਜ ਦੇ ਦਿਨ ਕੀ ਹੋਇਆ ਸੀ, ਕਿਹੜੀ ਕੁਰਬਾਨੀ ਹੋਈ, ਕੀ ਗੁਰੂ ਸਾਹਿਬ ਜੀ ਨੇ ਪਰਉਪਕਾਰ ਕੀਤਾ। ਇਹ ਸਾਡਾ ਸਾਰਿਆਂ ਦਾ ਫਰਜ਼ ਹੈ। ਸੋ ਸਤਿਗੁਰੂ ਜੀ ਨੂੰ ਨਮਸਕਾਰ ਕਰਦਿਆਂ ਹੋਇਆਂ ਲੜੀਵਾਰ ਗਾਥਾ ਦੇ ਨਾਲ ਜੁੜੀਏ। ਇੱਕ ਵਾਰੀ ਸਭ ਮਾਈ ਭਾਈ ਉਚਾਰਨ ਕਰੋ ਜੀ, ਸਤਨਾਮ ਸ੍ਰੀ ਹਾਂਜੀ। ਅਜੀਤ ਸਿੰਘ ਸੂਰਮਾ ਪ੍ਰਵਾਹ ਪਾਰ ਹੋਇਓ। ਜੋ ਬਚਨ ਮਹਾਰਾਜ ਨੇ ਕਹੇ ਸੀ ਨਾ, ਸਾਡੀ ਕੁਰਬਾਨੀ ਤੋਂ ਬਾਅਦ ਖਾਲਸਾ ਪ੍ਰਗਟ ਹੋਵੇਗਾ। ਫਿਰ ਕਲਗੀਧਰ ਪਾਤਸ਼ਾਹ ਨੇ ਖਾਲਸਾ ਪ੍ਰਗਟ ਕੀਤਾ ਹੈ ਤੇ ਉਹ ਖਾਲਸੇ ਦੀ ਗਾਥਾ ਚੱਲ ਰਹੀ ਹੈ। ਜਦੋਂ ਆਨੰਦਪੁਰ ਸਾਹਿਬ ਛੱਡਿਆ ਹੈ ਤਾਂ ਬਾਬਾ ਅਜੀਤ ਸਿੰਘ ਜੀ ਸੂਰਮਾ ਗੁਰੂ ਕਾ ਸਾਹਿਬਜ਼ਾਦਾ, ਜੋ ਇਹ ਜਲ ਦਾ ਪ੍ਰਵਾਹ ਚੜਿਆ ਹੋਇਆ ਸੀ ਉਹਦੇ ਚੋਂ ਪਾਰ ਹੋ ਗਏ ਹਨ। ਲੜੇ ਮਹੇਸ਼ ਬਾਣੀ ਵਿਸਾਲ ਬ੍ਰਿੰਦ ਢੋਇਓ। ਸਰਸਾ ਦੇ ਕੰਢੇ ਤੱਕ ਲੜਦੇ ਆਏ ਬਾਬਾ ਅਜੀਤ ਸਿੰਘ ਜੀ। ਮਲੇਸ਼ਾਂ ਦੀ ਬਹੁਤੀ ਫੌਜ ਦੇ ਨਾਲ, ਜਿਹੜੀ ਬਹੁਤੀ ਵੱਡੀ ਗਿਣਤੀ ਵਿੱਚ ਨੇੜੇ ਆ ਕੇ ਢੁਕੀ ਸੀ। ਸੁਤੰਤ ਹੈ ਤੁਫੰਗ ਚ ਚਲਾਏ ਤੀਰ ਤੀਸ਼ਨਾ। ਗੋਲੀਆਂ ਬਹੁਤੀਆਂ ਚੱਲ ਰਹੀਆਂ ਸੀ ਤੁਫੰਗਾਂ ਦੇ ਵਿੱਚੋਂ, ਬੰਦੂਕਾਂ ਦੇ ਵਿੱਚੋਂ, ਤੇ ਤਿੱਖੇ ਤਿੱਖੇ ਤੀਰ ਚਲਾਏ ਸੂਰਮੇ ਨੇ। ਲਗੰਤ ਹੋਰ ਤੀਰਥ ਹੈ ਸਰੀਰ ਗੁਣ ਨਿਰੀਸ਼ਨਾ। ਨਿਰੀਸ਼ਨਾ ਕਹੀਏ ਅੱਖਾਂ ਦੇ ਵੇਖਦਿਆਂ ਹੋਇਆਂ ਸਾਹਮਣੇ ਹੀ ਜਦੋਂ ਸਰੀਰ ਨੂੰ ਲੱਗਦੀਆਂ ਗੋਲੀਆਂ ਤੇ ਤੀਰ ਤੇ ਸਰੀਰ ਨੂੰ ਫੋੜ ਦਿੰਦੇ ਹਨ। ਦੋਹਰੀਆਂ ਜੋਗੋਰੀਆਂ ਕਸੰਤ ਫੇਰ ਛੋੜੀਆਂ। ਦੋ ਗੋਲੀਆਂ ਕਹਿੰਦੇ ਵੀ ਕੱਸ ਕਰਕੇ ਨਾ, 2 ਓਰੀਆਂ ਜੋ ਗੋਰੀਆਂ, ਦੋਹਾਂ ਤਰਫਾਂ ਤੋਂ ਕਹਿੰਦੇ ਵੀ ਗੋਲੀਆਂ ਜਿਹੜੀਆਂ ਉਹ ਕੱਸ ਕਰਕੇ ਤੇ ਛੱਡ ਦਿੱਤੀਆਂ। ਸੁਕੰਤ ਸੀਸ ਉੱਪਰ ਲਗੰਤ ਦੇ ਫੋਰੀਆਂ। ਜਦੋਂ ਸਿਰ ਦੇ ਉੱਤੋਂ ਦੀ ਸ਼ੂਕਦੀਆਂ ਲੰਘਦੀਆਂ ਹਨ ਤੇ ਦੇਹਾਂ ਤੇ ਜਾ ਕੇ ਵੱਜਦੀਆਂ, ਦੇਹਾਂ ਨੂੰ ਫੋੜ ਦਿੰਦੀਆਂ ਗੋਲੀਆਂ। ਮਚਾਏ ਸ਼ੋਰ ਠੌਰ ਕੋ
ਅਮੋਰ ਠੌਰ ਜੰਗ ਕੇ ਬੜਾ ਸ਼ੋਰ ਮੱਚਿਆ ਹੋਇਆ ਹੈ ਜੰਗ ਦੇ ਵਿੱਚ। ਜਿਹੜੀ ਅਮੋੜ ਥਾਂ ਹੈ ਜੰਗ ਦੀ, ਉਸ ਥਾਂ ਤੇ ਸੂਰਮਾ ਪਹੁੰਚਿਆ ਹੈ। ਮਿਲੇ ਪਰ ਵੀਰ ਮਾਰਤੇ ਹਕਾਰ ਛਤਰ ਸੰਗ ਕੇ ਸੂਰਮਾ ਬਾਬਾ ਅਜੀਤ ਸਿੰਘ ਜੀ ਜੋ ਵੱਡਾ ਹੀ ਸੂਰਮਾ ਹੈ, ਸ਼ਤਰੂਆਂ ਨੂੰ ਬੁਲਾ ਬੁਲਾ ਕੇ ਵੰਗਾਰ ਵਗਾਰ ਕੇ ਮਾਰਿਆ ਹੈ। ਦੋਹਰਾ ਨਦੀ ਤੀਰ ਲਗ ਆਇਓ ਸਿੱਖ ਰੰਗ ਰੇਟਾ ਜੋਰੇ। ਜਿਹੜਾ ਰੰਗਰੇਟਾ ਗੁਰੂ ਕਾ ਬੇਟਾ ਸਿੱਖ ਬਾਬਾ ਜੀਵਨ ਸਿੰਘ ਜੀ, ਜਿਨ੍ਹਾਂ ਨੇ ਨਾਵੇਂ ਪਾਤਸ਼ਾਹ ਮਹਾਰਾਜ ਦੇ ਸੀਸ ਨੂੰ ਆਪਣੀ ਛਾਤੀ ਨਾਲ ਲਾ ਕਰਕੇ ਤੇ ਅਨੰਦਪੁਰ ਸਾਹਿਬ ਲੈ ਕੇ ਆਏ। ਉਸ ਸਿੱਖ ਦਾ ਇੱਥੇ ਜ਼ਿਕਰ ਆ ਰਿਹਾ ਹੈ। ਫਿਰ ਅੰਮ੍ਰਿਤ ਛਕ ਕੇ ਜੀਵਨ ਸਿੰਘ ਬਣ ਗਏ ਸਨ, ਭਾਈ ਜੈਤੇ ਤੋਂ ਜੀਵਨ ਸਿੰਘ। ਤਾਂ ਹੁਣ ਬਾਬਾ ਅਜੀਤ ਸਿੰਘ ਜੀ ਦੀ ਸਹਾਇਤਾ ਵਾਸਤੇ ਮਹਾਰਾਜ ਕਲਗੀਧਰ ਪਾਤਸ਼ਾਹ ਨੇ ਭੇਜਿਆ ਸੀ। ਪਹਿਲਾਂ ਭਾਈ ਉਦੇ ਸਿੰਘ ਨੂੰ ਉਹਨਾਂ ਨੇ ਸ਼ਹੀਦੀ ਪਾ ਲਈ, ਫਿਰ ਜੀਵਨ ਸਿੰਘ ਨੂੰ ਭੇਜਿਆ ਸੀ ਵੀ ਤੁਸੀਂ ਇੱਥੇ ਸਰਸਾ ਦੇ ਘਾਟ ਤੀਕ ਲੈ ਕੇ ਆਉਣਾ। ਤਾਂ ਕਹਿੰਦੇ ਵੀ ਉਹ ਜੀਵਨ ਸਿੰਘ ਜੋ ਸੂਰਮਾ ਹੈ, ਰੰਗਰੇਟਾ, ਗੁਰੂ ਕਾ ਬੇਟਾ, ਗੁਰੂ ਕਾ ਸਿੱਖ ਹੈ। ਬਿਖ ਕੈ ਦਲ ਬਲ ਰਿਮਨ ਕੋ ਭਇਓ ਨੀਰ ਕੀ ਢੋਏ। ਤੇ ਨਦੀ ਸਰਸਾ ਤੀਕ ਆ ਗਿਆ ਬਾਬਾ ਅਜੀਤ ਸਿੰਘ ਜੀ ਨੂੰ ਲੈ ਕਰਕੇ, ਇਹ ਬਾਬਾ ਜੀਵਨ ਸਿੰਘ। ਉੱਥੇ ਜਦੋਂ ਬਹੁਤੇ ਦਲ ਦੁਸ਼ਮਣ ਦੇ ਦਲ ਨੂੰ ਵੇਖਿਆ ਹੈ, ਫਿਰ ਬਹੁਤ ਬਲ ਦੇ ਨਾਲ ਨੇੜੇ ਢੁਕਿਆ ਹੈ। ਅਪਰ ਸਿੰਘ ਕੇ ਪਿਤ ਤੇਰੇ ਮੋਨ ਲਗਿਓ ਸੰਗਰਾਮ। ਹੋਰ ਵੀ ਕਿੰਨੇ ਸਿੰਘ ਜਿਹੜੇ ਹਨ ਬਾਬਾ ਜੀਵਨ ਸਿੰਘ ਦੇ ਸਾਥੀ, ਉਹ ਵੀ ਨਾਲ ਉੱਥੇ ਸਥਿਤ ਹੋਏ ਹਨ ਤੇ ਤੁਰਕਾਂ ਦੇ ਨਾਲ, ਦੁਸ਼ਮਣ ਦੀ ਫੌਜ ਦੇ ਨਾਲ ਸੰਗਰਾਮ ਹੋਣ ਲੱਗ ਪਿਆ, ਜੰਗ ਹੋਣ ਲੱਗ ਪਿਆ। ਨਿਕਟ ਢੁਕੇ ਰੋਕੇ ਅਤੇ ਪਹੁੰਚਿਤ ਭਟ ਜਮ ਧਾਮ। ਜਦੋਂ ਦੁਸ਼ਮਣ ਦੀ ਫੌਜ ਨੇੜੇ ਢੁੱਕ ਗਈ ਹੈ, ਉਹਨਾਂ ਨੂੰ ਰੋਕਿਆ ਹੈ, ਹੱਤੇ ਉਹਨਾਂ ਨੂੰ ਮਾਰਿਆ ਹੈ। ਤੇ ਕਈ ਕਹਿੰਦੇ ਵੀ ਫਿਰ ਸੂਰਮੇ ਜਮ ਦੇ ਘਰ ਨੂੰ ਚਲੇ ਗਏ। ਸਵਈਆ ਜੀਵਨ ਸਿੰਘ ਥਿਰਿਓ ਤੇਡਾ ਡਨ ਸਿੰਘਨ ਹਾਥ ਤਵੰਗ ਸੰਭਾਰੇ। ਜੀਵਨ ਸਿੰਘ ਥਿਰਿਓ ਤੇਹ ਠਾਂ, ਉਸ ਥਾਂ ਦੇ ਉੱਤੇ ਬਾਬਾ ਜੀਵਨ ਸਿੰਘ ਜੀ ਸਥਿਤ ਹੋਏ ਖਲੋਤੇ। ਤੇ ਗਣ ਸਿੰਘਨ, ਬਹੁਤੇ ਨਾਲ ਸਿੰਘ ਵੀ ਆ ਸਾਥੀ, ਉਹਨਾਂ ਨੇ ਆਪਣੇ ਹੱਥਾਂ ਦੇ ਵਿੱਚ ਬੰਦੂਕਾਂ ਸੰਭਾਲੀਆਂ ਹੋਈਆਂ। ਪਾਏ ਗੁਰੂ ਕਸੈ ਗੁਲਕਾ ਦੁਇ ਲੋਕਨ ਤੇ ਛਣਕੈ ਗਜ ਭਾਰੇ। ਬਰੂਦ ਪਾ ਪਾ ਕੇ ਦੋ ਦੋ ਗੋਲੀਆਂ ਪਾ ਕੇ ਕੱਸਦੇ ਆ, ਤੇ ਫਿਰ ਗੱਜ ਨੂੰ ਜਿਸ ਵੇਲੇ ਠੋਕਦੇ ਆ ਤੇ ਉਸ ਵੇਲੇ ਛਣਕਾਰੇ ਪੈਂਦੇ ਹਨ, ਛਣਕਦੇ ਹਨ ਗੱਜ। ਹਾਥਨ ਪੈਰ ਧਰ ਤਾਪ ਰਵਾ ਕਰ ਡਾਂਬਤ ਪਾਵਕ ਤੂਰਨ ਧਾਰੇ। ਬੜੀ ਛੇਤੀ ਦੇ ਨਾਲ ਕਹਿੰਦੇ ਹੱਥਾਂ ਵਿੱਚ ਫੜ ਕਰਕੇ, ਤੱਕ ਕੇ, ਨਿਸ਼ਾਨਾ ਬੰਨ ਕੇ, ਸਿਸਤ ਬੰਨ ਕਰਕੇ ਤੇ ਫਿਰ ਪਲੀਤੇ ਲਾ ਕਰਕੇ ਛੇਤੀ ਦੇ ਨਾਲ ਅੱਗ ਬਾਲਦੇ ਹਨ। ਮਾਰਤ ਹੈ ਟਿਕ ਆਵਤ ਨਾ ਡਰ ਦੇਤ ਮਾਂ ਹੈ ਦੂਰ ਬਿੜਾ। ਇਸ ਤਰ੍ਹਾਂ ਜਦੋਂ ਗੋਲੀਆਂ ਚਲਾਉਂਦੇ ਤੇ ਤੁਰਕਾਂ ਤੇ ਪਹਾੜੀਆਂ ਦੀ ਫੌਜ ਉਹਨਾਂ ਨੂੰ ਮਾਰ ਦਿੰਦੇ ਹਨ। ਉਹ ਨੇੜੇ ਨਹੀਂ ਆਉਂਦੇ, ਡਰ ਬਹੁਤਾ ਦਿੰਦੇ ਹਨ, ਬਹੁਤਿਆਂ ਨੂੰ ਦੂਰ ਭਜਾ ਦਿੰਦੇ ਹਨ। ਖੇਲ ਗੁਹਾਰ ਵਿਸਾਲ ਭਰੇ ਖਲ ਮਾਰਤ ਬੋਲਨ ਕੀ ਲਲਕਾਰੇ। ਫਿਰ ਕਹਿੰਦੇ ਦੁਸ਼ਮਣ ਦੀ ਬਹੁਤੀ ਫੌਜ ਉਹਨਾਂ ਨੇ ਹੱਲਾ ਕੀਤਾ ਹੈ ਤੇ ਉੱਚੀ ਉੱਚੀ ਮੂਰਖ ਬੋਲ ਰਹੇ ਆ, ਲਲਕਾਰੇ ਮਾਰ ਰਹੇ ਹਨ। ਖਾਏ ਕੈ ਮਾਰ ਹਟੈ ਵਿਸ਼ਵਾਏ ਕੈ ਕੋ ਮਰ ਜਾਤ ਰਸ ਤਰ ਸੰਤ ਨਿਹਾਰੇ। ਮਾਰ ਖਾ ਕੇ ਸਿੰਘਾਂ ਦੀ, ਬਾਬਾ ਜੀਵਨ ਸਿੰਘ ਦੇ ਜਥੇ ਦੀ, ਤੇ ਪਛਾਣ ਹਟ ਜਾਂਦੇ। ਕਈ ਮਰ ਜਾਂਦੇ ਆ ਤੇ ਕਈ ਡਰਦੇ ਪਛਾਣ ਨੂੰ ਭਜਦੇ ਵੇਖੀਦੇ ਹਨ। ਜੀਵਨ ਸਿੰਘ ਰੁਪਿਓ ਪਗ ਠਾੜ ਹਵੈ ਸ਼ੂਰਤ ਫੰਗਰ ਸੰਗ ਪਰ ਹਾਰੇ। ਬਾਬਾ ਜੀਵਨ ਸਿੰਘ ਕਹਿੰਦੇ ਪਏ ਵੀਰ ਰਸ ਵਿੱਚ ਆਏ ਹੋਏ ਆ ਤੇ ਜੰਗ ਦੇ ਮੈਦਾਨ ਵਿੱਚ ਪੈਰ ਗੱਡੇ ਹੋਏ ਆ, ਪੱਗ ਠਾੜ ਹੋਏ ਐ ਕਹਿੰਦੇ ਵੀ ਖਲੋਤੇ ਹੋਏ ਆ ਪੂਰੇ ਵੀਰ ਰਸ ਵਿੱਚ ਆ ਕਰਕੇ। ਤੇ ਉਸ ਵੇਲੇ ਫਿਰ ਆਪਣੀ ਬੰਦੂਕ ਦੇ ਵਿੱਚੋਂ ਗੋਲੀਆਂ ਦੇ ਵਾਰ ਕਰ ਰਹੇ ਹਨ। ਖੇਲ ਪੁਝਾਲਤ ਚਾਲਤ ਮੰਦੈ ਕਾਲਤ ਸ਼ਤਰਨ ਕੋ ਦੁਖ ਭਾਰੇ। ਤੇ ਹੱਲੇ ਨੂੰ ਚੱਲ ਰਹੇ ਆ ਆਪਣੇ ਉੱਤੇ, ਹੌਲੀ ਹੌਲੀ ਚੱਲ ਰਹੇ ਹਨ ਤੇ ਖਤਮ ਕਰ ਰਹੇ ਆ ਸ਼ਤਰੂਆਂ ਨੂੰ ਭਾਰੀ ਦੁੱਖ ਦੇ ਕਰਕੇ। ਕੇਤਕ ਸਿੰਘ ਗਏ ਮਰ ਕੇ ਗੁਲਕਾਂ ਲਖ ਫੁੱਟੇ ਪਰੇ ਨਿਜ
ਕਈ ਸਿੰਘ ਵੀ ਇੱਥੇ ਸ਼ਹੀਦ ਹੋ ਗਏ, ਕਿਉਂਕਿ ਗੋਲੀਆਂ ਵੱਜ ਗਈਆਂ ਸਿੰਘਾਂ ਦੇ, ਕਈ ਅੰਗ ਟੁੱਟ ਫੁੱਟ ਗਏ। ਰੋਕਤ ਕੇ ਟੋਕਤ ਹੈ ਗਜ, ਬ੍ਰਿੰਦ ਮਿਲੋ ਕਿਸ਼ੋਰਤ ਬੰਗਾ। ਰੋਕਣ ਦੇ ਵਾਸਤੇ ਕਹਿੰਦੇ ਗੱਜ ਠੋਕਦੇ ਆ, ਗੋਲੀਆਂ ਚਲਾਉਂਦੇ ਹਨ। ਘਾਇਲ ਹਿੰਮਤ ਝੂਮ ਗਿਰੈ ਜਿਨ, ਬਾਹੂ ਪੁਕਾਰ ਕਰੈ ਹਰ ਭੰਗਾ। ਤੇ ਕਈ ਘਾਇਲ ਹੋਏ, ਜ਼ਖਮੀ ਹੋਏ, ਘੁੰਮਦੇ ਝੂਮਦੇ ਹਨ, ਫਿਰ ਗਿਰੈ ਡਿੱਗ ਜਾਂਦੇ ਆ। ਕਿਵੇਂ ਡਿੱਗਦੇ ਆ? ਕਹਿੰਦੇ ਜਿਵੇਂ ਵਾਯੂ ਉਖਾਰ ਕਰੇ ਤਰ ਭੰਗਾ, ਜਿਵੇਂ ਹਵਾ ਕਹਿੰਦੇ ਵੀ ਦਰਖਤ ਨੂੰ ਮੁੱਢੋਂ ਪੁੱਟ ਦਿੰਦੀ ਹੈ ਤੇ ਸੁੱਟ ਦਿੰਦੀ ਨਾ ਥੱਲੇ ਹਨੇਰੀ, ਇਸ ਤਰ੍ਹਾਂ ਕਹਿੰਦੇ ਘੁੰਮ ਕੇ ਝੂਮ ਕੇ ਥੱਲੇ ਡਿੱਗ ਜਾਂਦੇ ਜ਼ਖਮੀ ਹੋਏ। ਪੰਜ ਮਿਲੈ ਹਿਤ ਭੰਜਨ ਕੇ, ਹੋਏ ਗੰਜਨ ਸ਼੍ਰੋਣ ਤਰੰਗ ਸੁਰੰਗਾ। ਤੁਰਕਾਂ ਤੇ ਪਹਾੜੀਆਂ ਦਾ ਜਥਾ ਬਹੁਤਾ ਇਕੱਠਾ ਹੋ ਕਰਕੇ ਸਿੰਘਾਂ ਨੂੰ ਮਾਰਨ ਵਾਸਤੇ ਅੱਗੇ ਹੁੰਦਾ ਹੈ, ਤੇ ਜਦੋਂ ਅੱਗੇ ਹੁੰਦਾ ਹੈ ਅਗਲੇ ਪਾਸਿਓਂ ਜਦੋਂ ਗੋਲੀਆਂ ਚੱਲਦੀਆਂ, ਤੀਰ ਚੱਲਦੇ, ਤੇ ਉਸ ਵੇਲੇ ਖਤਮ ਹੋ ਜਾਂਦੇ। ਉਹਨਾਂ ਦਾ ਰੰਗ ਕਹਿੰਦੇ ਵੀ ਲਾਲ ਰੰਗ ਹੋ ਜਾਂਦਾ ਹੈ, ਸੁਰਖ ਰੰਗ ਵਿੱਚ ਰੰਗੇ ਜਾਂਦੇ ਹਨ। ਆਨ ਪਰੇ ਕਰ ਜੋਰ ਮਹਾ, ਚਮਕੌਰਨ ਤੇ ਰਣ ਘੋਰ ਮਚਾਇਓ। ਇਸ ਤਰ੍ਹਾਂ ਚਾਰ ਛਪੇਰਿਓਂ ਬੜਾ ਭਿਆਨਕ ਘੋਰ ਜੰਗ ਮਚਾਇਆ ਹੋਇਆ ਹੈ, ਬੜੇ ਜ਼ੋਰ ਨਾਲ ਆ ਕਰਕੇ ਤੁਰਕ ਪੈ ਗਏ। ਤੀਰ ਤਿਸੀ ਸਲਤਾ ਤਿਰ ਹੋਏ, ਬੜੋ ਚਲਤਾ ਜਲ ਵੇਗ ਬਹਾਇਓ। ਸਰਸਾ ਨਦੀ ਦੇ ਕੰਢੇ ਤੀਕ ਆ ਗਏ ਬਾਬਾ ਜੀਵਨ ਸਿੰਘ ਜੀ ਲੜਦੇ ਲੜਦੇ। ਤੀਰ ਨਾਮ ਕੰਢੇ ਦਾ ਹੈ, ਤਿਸੀ ਸਲਤਾ, ਸਲਤਾ ਨਾਮ ਨਦੀ ਦਾ, ਉਸ ਨਦੀ ਦੇ ਤੀਰ ਕੰਢੇ ਤੀਕ ਆ ਕੇ ਥਿਰ ਹੋਏ, ਉੱਥੇ ਖਲੋ ਗਏ। ਬੜੋ ਚਲਤਾ ਜਲ ਵੇਗ ਬਹਾਇਓ, ਜਿਸ ਦਾ ਬੜਾ ਹੀ ਜ਼ਿਆਦਾ ਤੇਜ਼ ਪਾਣੀ ਚੱਲ ਰਿਹਾ ਹੈ ਸਰਸਾ ਦਾ, ਉਹਦੇ ਕੰਢੇ ਤੇ ਆ ਗਏ ਹਨ। ਛੋੜ ਦਈ ਇੱਕ ਸੰਗਤ ਮੰਗਲ, ਸਿੰਘ ਜੀਤ ਕੇ ਸਮੂਹਨ ਗਾਇਓ। ਤੁਰਕਾਂ ਨੇ ਇੱਕੇ ਵਾਰੀ ਬਹੁਤੀਆਂ ਗੋਲੀਆਂ ਦੀ ਬੁਛਾੜ ਹੀ ਪਾ ਦਿੱਤੀ ਬਾਬਾ ਜੀਵਨ ਸਿੰਘ ਦੇ ਉੱਤੇ ਤੇ ਸਾਥੀਆਂ ਦੇ ਉੱਤੇ, ਬਹੁਤੀਆਂ ਗੋਲੀਆਂ। ਇਸ ਕਰਕੇ ਬਹੁਤੇ ਸਿੰਘ ਜਿਹੜੇ ਹਨ ਉਸ ਵੇਲੇ ਸ਼ਹੀਦ ਹੋ ਗਏ। ਜੀਵਨ ਸਿੰਘ ਸਮੇਤ ਗਿਰੇ ਸਭ, ਪ੍ਰਾਨ ਦਏ ਗੁਰ ਕੋ ਗੁਰ ਪਾਇਓ। ਬਾਬਾ ਜੀਵਨ ਸਿੰਘ ਜੀ ਦੇ ਵੀ ਬਹੁਤੀਆਂ ਗੋਲੀਆਂ ਵੱਜੀਆਂ, ਸਾਥੀਆਂ ਦੇ ਵੀ ਬਹੁਤੀਆਂ ਗੋਲੀਆਂ ਵੱਜੀਆਂ, ਤੇ ਇਸ ਤਰੀਕੇ ਨਾਲ ਉਹਨਾਂ ਨੇ ਪ੍ਰਾਣ ਦੇ ਦਿੱਤੇ, ਸ਼ਹੀਦੀ ਪਾ ਲਈ। ਸ਼ਹੀਦੀ ਪਾ ਕੇ ਗੁਰ ਕੋ ਪੁਰ ਪਾਇਓ, ਗੁਰਪੁਰੀ ਨੂੰ ਪ੍ਰਾਪਤ ਕਰ ਲਿਆ। ਪਾਰ ਪਰੇ ਕਿਤਨੇ ਜਲਤੇ ਚਲਤੇ ਬਲਤੇ, ਟਲਤੇ ਨ ਲੜਾਈ। ਇੱਥੋਂ ਫਿਰ ਕਹਿੰਦੇ ਵੀ ਸਰਸਾ ਦੇ ਘਾਟ ਤੋਂ ਪਾਰ ਹੋਏ ਆ ਸਿੰਘ। ਪਾਰ ਪਏ ਕਿਤਨੇ ਜਲ ਤੇ, ਜਲ ਤੋਂ ਪਾਰ ਹੋ ਗਏ, ਸਰਸਾ ਤੋਂ ਪਾਰ ਹੋ ਗਏ। ਚਲਤੇ ਬਲ ਤੇ, ਚਲਦੇ ਹੋਏ ਆਪਣੇ ਬਲ ਦੇ ਨਾਲ ਤਰ ਕੇ ਪਾਰ ਹੋਏ ਆ। ਪਰ ਜਾਂਦਿਆਂ ਜਾਂਦਿਆਂ ਵੀ ਕਹਿੰਦੇ ਵੀ ਲੜਾਈ ਕਰਦੇ ਗਏ ਤੁਰਕਾਂ ਦੀ ਫੌਜ ਦੇ ਨਾਲ। ਟਲਤੇ ਨਾ ਲੜਾਈ, ਲੜਾਈ ਤੋਂ ਟਲਦੇ ਨਹੀਂ ਸੂਰਮੇ। ਜਾਂਦਿਆਂ ਜਾਂਦਿਆਂ ਪਾਰ ਹੁੰਦਿਆਂ ਵੀ ਜਿੱਥੋਂ ਦੀ ਗਵਾਹ ਚੱਲਦਾ ਸੀ ਲੜਾਈ ਵੀ ਕਰੀ ਗਏ, ਤੇ ਨਾਲੇ ਸਰਸਾ ਤੋਂ ਪਾਰ ਵੀ ਹੋਈ ਗਏ। ਸ੍ਰੀ ਗੁਰ ਕੋ ਸੁਤ ਵੀਰ ਬੜੋ, ਰਿਪ ਰੋਗ ਬਿਲੋਕਤ ਮਾਰਗ ਜਾਈ। ਹੁਣ ਗੁਰੂ ਕਾ ਸੂਰਮਾ ਪੁੱਤਰ ਬਾਬਾ ਅਜੀਤ ਸਿੰਘ ਸਾਹਿਬ ਜੀ, ਜੋ ਬਹੁਤ ਹੀ ਵੱਡਾ ਵੀਰ ਬਹਾਦਰ ਹੈ, ਉਹਨਾਂ ਨੇ ਜਾਂਦਿਆਂ ਹੋਇਆ ਰਸਤੇ ਤੇ ਜਦੋਂ ਜਾ ਰਹੇ ਆ ਨਾ ਪਿਤਾ ਜੀ ਵੱਲ ਨੂੰ, ਤੇ ਉਹਨਾਂ ਨੂੰ ਵੇਖ ਕਰਕੇ ਦੁਸ਼ਮਣ ਦੀ ਫੌਜ ਦੇ ਵਿੱਚ ਰੋਕ ਪੈ ਗਈ ਹੈ। ਬਾਬਾ ਅਜੀਤ ਸਿੰਘ ਜੀ ਨੇ ਰੋਕ ਦਿੱਤਾ, ਕਿਉਂਕਿ ਪਿੱਛੋਂ ਲੈ ਕਰਕੇ ਲੜਦੇ ਆਏ ਹੈ ਸਰਸਾ ਤੱਕ। ਪਹਿਲਾਂ ਬਾਬਾ ਉਦੇ ਸਿੰਘ ਜੀ, ਭਾਈ ਉਦੇ ਸਿੰਘ ਜੀ ਨੇ ਜਾ ਕਰਕੇ ਸਤਿਗੁਰੂ ਕਲਗੀਧਰ ਪਾਤਸ਼ਾਹੀ ਦੀ ਆਗਿਆ ਦੇ ਨਾਲ ਜੰਗ ਕੀਤਾ ਹੈ, ਤੇ ਬਾਬਾ ਅਜੀਤ ਸਿੰਘ ਜੀ ਨੂੰ ਅੱਗੇ ਭੇਜਿਆ। ਫਿਰ ਮਹਾਰਾਜ ਨੇ ਭਾਈ ਜੀਵਨ ਸਿੰਘ ਨੂੰ ਭੇਜਿਆ ਸੀ, ਉਹਨਾਂ ਨੇ ਜਾ ਕਰਕੇ ਜੰਗ ਕੀਤਾ ਹੈ, ਤੇ ਮਹਾਰਾਜ ਦੇ ਸਾਹਿਬਜ਼ਾਦੇ ਨੂੰ ਆਖਿਆ ਤੇ ਪਿਤਾ ਕਲਗੀਧਰ ਪਾਤਸ਼ਾਹ ਜੀ ਬੁਲਾ ਰਹੇ, ਤੁਸੀਂ ਅੱਗੇ ਚਲੇ ਜਾਓ। ਪਿਤਾ ਜੀ ਦੇ ਪਾਸ ਇਸ ਤਰ੍ਹਾਂ ਪਹੁੰਚ ਗਏ ਆ ਲੜਦੇ ਹੋਏ। ਵਾਹਿਗੁਰੂ ਮੁਖ ਬੋਲ ਫਤਿਹ, ਜੁਤ ਜਾਇ ਮਿਲਿਓ ਪਿਤ ਕੋ ਹਰਿ ਖਾਈ। ਸਰਸਾ ਦੇ ਕੰਢੇ ਤੇ ਪਹੁੰਚ ਕੇ ਜਦੋਂ ਪਿਤਾ ਜੀ ਨੂੰ ਮਿਲਾਪ ਹੋਇਆ ਨਾ, ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ, ਤੇ ਸਾਹਿਬਜ਼ਾਦੇ ਨੇ ਮਿਲਦਿਆਂ ਸਾਰ ਫਿਰ ਉਸ ਵੇਲੇ ਪਿਤਾ ਜੀ ਨੂੰ ਫਤਿਹ ਬੁਲਾਈ। ਆਖਿਆ ਪਿਤਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਬੁਲਾ ਕਰਕੇ ਤੇ ਕਹਿੰਦੇ ਪ੍ਰਸੰਨਤਾ ਦੇ ਨਾਲ ਪਿਤਾ ਜੀ ਨੂੰ ਮਿਲੇ ਹਨ ਬਾਬਾ ਅਜੀਤ ਸਿੰਘ ਜੀ। ਕੀਰਤਕ ਸਿੰਘਨ ਜੰਗ ਕਰੇ, ਨਿਜ ਸੰਗ ਉਤੇ ਸੁਹਤੇ ਸਮਝਾਏ। ਫਿਰ ਕਿੰਨੇ ਸਿੰਘਾਂ ਨੇ ਉੱਥੇ ਜੰਗ ਕੀਤਾ ਹੈ,
ਜਿਹੜੇ ਬਾਬਾ ਅਜੀਤ ਸਿੰਘ ਜੀ ਦੇ ਸੰਗੀ ਸਾਥੀ ਸੀ, ਕਈ ਉਸ ਥਾਂ ਦੇ ਉੱਤੇ ਸ਼ਹੀਦ ਹੋ ਗਏ। ਕੀਰਤਕ ਘਾਇਲ ਸ਼ਰੋਣਤ ਚਾਲਕ ਪੁੰਜ ਸੰਭਾਲਤ ਲਿਆਏ ਲਵਾਏ। ਤੇ ਕਈ ਬਾਬਾ ਜੀ ਦੇ ਜਿਹੜੇ ਸਾਥੀ ਸੀ ਉਹ ਘਾਇਲ ਹੋਏ ਪਏ ਆ, ਜ਼ਖਮੀ ਹੋਏ ਪਏ ਆ, ਸੱਟਾਂ ਲੱਗੀਆਂ ਹੋਈਆਂ, ਸ਼ਰੋਣਤ ਚਾਲਤ, ਖੂਨ ਵਗ ਰਿਹਾ ਜ਼ਖਮਾਂ ਦੇ ਵਿੱਚੋਂ। ਉਹਨਾਂ ਸਾਰਿਆਂ ਨੂੰ ਸੰਭਾਲਦੇ ਹੋਏ ਨਾਲ ਲੈ ਕੇ ਆਏ ਹਨ। ਸਿੰਘ ਉਦੇ ਰਿਪਰੋ ਲਿਓ ਪਟ ਲਾਖੋਂ ਅਜੁਦ ਆਨ ਚਲਾਏ। ਪਿਤਾ ਜੀ ਨੂੰ ਦੱਸਣ ਲੱਗੇ ਵੀ ਸਤਿਗੁਰੂ ਪਿਤਾ ਜੀ, ਭਾਈ ਉਦੇ ਸਿੰਘ ਜੀ ਨੇ ਦੁਸ਼ਮਣ ਨੂੰ ਜਾ ਕੇ ਰੋਕ ਲਿਆ, ਮੈਨੂੰ ਇੱਧਰ ਨੂੰ ਭੇਜ ਦਿੱਤਾ। ਲੱਖਾਂ ਫੌਜ ਚੜ ਕੇ ਆਈ ਹੈ, ਪਰ ਲੱਖਾਂ ਦੇ ਉੱਤੇ ਭਾਈ ਉਦੇ ਸਿੰਘ ਭਾਰੂ ਹੋ ਗਿਆ। ਭਾਈ ਉਦੇ ਸਿੰਘ ਜੀ ਨੇ ਸ਼ਸਤਰ ਚਲਾਏ ਲੱਖਾਂ ਫੌਜ ਦੇ ਸਾਹਮਣੇ। ਸ੍ਰੀ ਗੁਰਦੇਵ ਪਿਤਾ ਢਿਗ ਭਾਗਤ ਅੰਬ ਮਨਿੰਦ ਕਰਿਓ ਦਿਸ ਜਾਏ। ਆਖਿਆ ਪਿਤਾ ਜੀ, ਸ੍ਰੀ ਗੁਰਦੇਵ ਪਿਤਾ ਜੀ ਦੇ ਸਾਹਮਣੇ ਬਾਬਾ ਅਜੀਤ ਸਿੰਘ ਜੀ ਕਹਿ ਰਹੇ ਆ, ਕਹਿੰਦੇ ਭਾਈ ਉਦੇ ਸਿੰਘ ਜੀ ਤੇ ਦੁਸ਼ਮਣ ਦੀ ਫੌਜ ਦੇ ਸਾਹਮਣੇ ਥੰਬ ਬਣ ਕੇ ਟਿਕ ਗਿਆ। ਜਿਵੇਂ ਬੁਰਜ ਹੁੰਦਾ ਹੈ ਨਾ, ਜਿਵੇਂ ਥਮਲਾ ਹੁੰਦਾ ਹੈ, ਥਮਲਾ ਬਣ ਕੇ ਦੁਸ਼ਮਣ ਦੀ ਫੌਜ ਅੱਗੇ ਜਾ ਕੇ ਭਾਈ ਉਦੇ ਸਿੰਘ ਖਲੋ ਗਿਆ। ਲੱਖਾਂ ਫੌਜ ਦੇ ਸਾਹਮਣਾ ਕੀਤਾ, ਮੁਕਾਬਲਾ ਕੀਤਾ ਭਾਈ ਉਦੇ ਸਿੰਘ ਨੇ। ਤੀਰ ਲਿਖੇ ਰਿਪ ਤੀਰ ਦੀਏ ਵੋ ਵੀਰ ਗਏ ਅਬ ਕੈ ਸਮਝ ਆਏ। ਜਦੋਂ ਆਪਣੇ ਨੇੜੇ ਵੇਖਿਆ ਦੁਸ਼ਮਣ ਨੂੰ, ਤੀਰ ਨਾਮ ਨੇੜੇ ਦਾ, ਤੀਰ ਪਿੱਖੇ ਰਿਪ, ਰਿਪ ਕਹੀਏ ਦੁਸ਼ਮਣ ਨੂੰ ਜਦੋਂ ਨੇੜੇ ਵੇਖਿਆ, ਤੀਰ ਦੀਏ ਬਹੁ, ਤੇ ਫਿਰ ਬਹੁਤੇ ਤੀਰ ਦਿੱਤੇ ਉਹਨਾਂ ਨੂੰ, ਬਹੁਤੇ ਤੀਰ ਚਲਾਏ ਉਹਨਾਂ ਵੱਲੇ। ਉਸ ਵੇਲੇ ਬਹੁਤੇ ਸੂਰਮੇ ਖੱਪ ਗਏ। ਚਾਰ ਭਰੀ ਇੱਕ ਜਾਮ ਲਰਿਓ ਬਲ ਬਾਹਨ ਦੇਵੋ ਵੀਰ ਲਗੋ। ਫਿਰ ਦੱਸ ਰਹੇ ਆ ਕਿ ਭਾਈ ਜੀਵਨ ਸਿੰਘ ਜੀ, ਉਹ ਇੱਕ ਪੈਰ ਤੇ ਚਾਰ ਘੜੀਆਂ ਉਹਨਾਂ ਨੇ ਵੀ ਜੰਗ ਕੀਤਾ ਹੈ। ਬਹੁਤ ਆਪਣੀਆਂ ਬਾਹਾਂ ਦਾ ਬਲ ਜਿਹੜਾ ਹੈ ਸੂਰਮਿਆਂ ਨੇ ਵਿਖਾਇਆ ਪਿਤਾ ਜੀ। ਬੀਦਤ ਗੇਰਤ ਤੀਰਤ ਹੈ ਅਰ ਜਾਚਿਤ ਕੀਰਤਕ ਨੀਰਨ ਕੋ। ਕਈ ਉੱਥੇ ਵਿੰਨ ਕੇ ਜਿਹੜੇ ਸਨ ਨਾ, ਘੇਰ ਦਿੱਤੇ, ਥੱਲੇ ਸੁੱਟ ਦਿੱਤੇ, ਤੇ ਦੁਸ਼ਮਣ ਜਿਹੜਾ ਸੀ ਡਿੱਗਾ ਹੋਇਆ ਥੱਲੇ, ਉਹ ਟੇਰ ਰਿਹਾ, ਬੋਲ ਰਿਹਾ ਸੀ, ਤੇ ਕਈ ਨੀਰ ਮੰਗ ਰਹੇ ਸੀ, ਪਾਣੀ ਮੰਗ ਰਹੇ ਸੀ ਡਿੱਗੇ ਹੋਏ। ਘੇਰਤ ਹੈ ਮੁਖ ਢੇਰਤ ਹੈ ਮਿਲ ਘੇਰਤ ਹੈ ਚਹਿ ਪੀਰ ਲਗੋ। ਉਸ ਵੇਲੇ ਵੇਖ ਰਹੇ ਸੀ, ਮੁਖ ਤੋਂ ਬੋਲ ਰਹੇ ਸੀ, ਤੇ ਘੇਰਨਾ ਚਾਹੁੰਦੇ ਸਨ, ਸਾਰਿਆਂ ਨੂੰ ਨਪੀੜਨਾ ਚਾਹੁੰਦੇ ਸੀ ਦੁਸ਼ਮਣ। ਹੋਰ ਸਰੀਰਨ ਵੀਰਨ ਕੇ ਹੋਏ ਸ਼ੂਸ਼ ਤੁਨੀ ਰਹਿਤੀ ਰਨ ਕੋ। ਆਖਿਆ ਸੂਰਮਿਆਂ ਦੇ ਸਰੀਰ ਉਸ ਵੇਲੇ ਜਦੋਂ ਬਹੁਤੇ ਸ਼ਸਤਰਾਂ ਦੇ ਵਾਰ ਹੋਏ ਤਾਂ ਸੂਰਮਿਆਂ ਨੇ ਉੱਥੇ ਸ਼ਹੀਦੀਆਂ ਪਾਈਆਂ। ਜਿਨ੍ਹਾਂ ਸੂਰਮਿਆਂ ਨੇ ਇੱਧਰੋਂ ਤੀਰ ਚਲਾਏ ਸੀ, ਉਹਨਾਂ ਦੇ ਤੀਰਾਂ ਦੇ ਭੱਥੇ ਤੀਰਾਂ ਤੋਂ ਖਾਲੀ ਹੋ ਗਏ। ਬਿਆਨ ਤੇ ਖੈਂਚ ਕਿਰਪਾਨ ਲਈ ਬਲਵਾਨ ਮਹਾਨ ਦੀਏ ਵਿੱਚ ਲਾਈ। ਜਦੋਂ ਤੀਰ ਮੁੱਕ ਗਏ ਭੱਥਿਆਂ ਦੇ ਵਿੱਚੋਂ, ਫਿਰ ਬਲਵਾਨ ਸੂਰਮਿਆਂ ਨੇ ਕਿਰਪਾਨਾਂ ਖਿੱਚ ਲਈਆਂ ਤੇ ਦੁਸ਼ਮਣਾਂ ਨੂੰ ਬਲਵਾਨ ਮਹਾਨ ਸੂਰਮਿਆਂ ਨੇ ਵਿਚਲਾ ਦਿੱਤਾ, ਇਧਰ ਉਧਰ ਦੌੜਾ ਦਿੱਤਾ। ਸ਼ੋਭ ਤੇ ਸ਼ਾਲ ਮਹਾ ਉਛਲੇ ਕਟ ਅੰਗ ਸੰਗੈ ਭੰਗ ਸਦਾਈ। ਬਹੁਤ ਸ਼ੋਭ ਸੀ ਹਿਰਦੇ ਦੇ ਵਿੱਚ, ਬੜਾ ਵੀਰ ਰਸ ਭਰਿਆ ਹੋਇਆ ਸੀ। ਛਾਲਾਂ ਮਾਰ ਮਾਰ ਕੇ ਉਛਲਦੇ ਸਨ ਸੂਰਮੇ, ਤੇ ਕੱਟ ਅੰਗ ਨਿਸੰਗ ਹੈ, ਨਿਸੰਗ ਹੋ ਕਰਕੇ ਦੁਸ਼ਮਣ ਦੇ ਅੰਗ ਕੱਟ ਕੇ ਤੇ ਉਹਨਾਂ ਨੂੰ ਭੰਗ ਕਰ ਦਿੱਤਾ, ਸਦਾ ਦੀ ਨੀਂਦ ਸਵਾ ਦਿੱਤਾ। ਹਵੈ ਜਗ ਸੰਗ ਮਲੇਸ਼ ਤੁਫੰਗ ਗਰੀ ਤਨ ਸ਼ੋਰ ਕਰੀ ਸਮਹਾਈ। ਪਿਤਾ ਜੀ ਫਿਰ ਦੁਸ਼ਮਣਾਂ ਨੇ, ਮਲੇਸ਼ਾਂ ਨੇ ਇਕੱਠੇ ਹੋ ਕਰਕੇ ਇਕੱਠੀਆਂ ਹੀ ਬਹੁਤੀਆਂ ਗੋਲੀਆਂ ਚਲਾ ਦਿੱਤੀਆਂ ਭਾਈ ਜੀਵਨ ਸਿੰਘ ਦੇ ਜਥੇ ਵੱਲ ਨੂੰ। ਭਾਲ ਮੈਲਾਨ ਵਿਸਾਲ ਗਈ ਫੁੱਟ ਕੈ ਦਸਵਾਰ ਮਹਾ ਅੰਮ੍ਰਿਤ ਪਾਈ। ਤੇ ਭਾਈ ਸਾਹਿਬ ਦੱਸ ਰਹੇ ਆ ਸਾਰੇ ਸਿੰਘਾਂ ਦਾ, ਤੋ ਇਸੇ ਤਰ੍ਹਾਂ ਭਾਈ ਉਦੇ ਸਿੰਘ ਜੀ ਬਾਰੇ ਦੱਸ ਰਹੇ ਆ ਕਿ ਉਹਨਾਂ ਦੇ ਮੱਥੇ ਦੇ ਵਿੱਚ ਆ ਕਰਕੇ ਜਦੋਂ ਗੋਲੀ ਵੱਜੀ ਸੀ, ਤੇ ਪਿਤਾ ਜੀ ਫਿਰ ਜਦੋਂ 10ਵਾਂ ਦਵਾਰ ਫੁੱਟ ਗਿਆ, ਫਿਰ ਸ਼ਹੀਦੀ ਪਾ ਲਈ। ਇਸੇ ਤਰ੍ਹਾਂ ਭਾਈ ਜੀਵਨ ਸਿੰਘ ਜੀ, ਉਹਨਾਂ ਦੇ ਵੀ ਆ ਕੇ ਜਦੋਂ ਗੋਲੀਆਂ ਬਹੁਤੀਆਂ ਵੱਜੀਆਂ, ਉਹਨਾਂ ਨੇ ਵੀ ਸ਼ਹੀਦੀ ਪ੍ਰਾਪਤ ਕੀਤੀ। ਆਏ ਗਏ ਸਲਤਾ ਘਟ ਪੈ ਜਬ ਤੇ ਹਮ ਪੈ ਬੜ ਜੋਰ ਕੋ ਘਾਲਾ। ਜਦੋਂ ਸਲਤਾ ਨਦੀ ਦੇ ਕੰਢੇ ਤੇ ਆ ਗਏ ਤੇ ਦੁਸ਼ਮਣ ਨੇ ਬੜਾ ਜ਼ੋਰ ਪਾਇਆ। ਮਾਰ ਕਤੀਰਨ ਭੇਦ ਸਰੀਰਨ
ਬੀਰਨ ਕੋ ਬੜ ਹੇਲ ਕੋ ਝਾਲਾ। ਉਸ ਵੇਲੇ ਸੂਰਬੀਰਾਂ ਨੇ ਦੁਸ਼ਮਣਾਂ ਦਾ ਹੱਲਾ ਝੱਲਿਆ ਤੇ ਤੀਰਾਂ ਦੀ ਮਾਰ ਕਰ ਕਰਕੇ ਉਹਨਾਂ ਦੇ ਸਰੀਰ ਵਿੰਨ ਕੇ ਰੱਖ ਦਿੱਤੇ। ਜੀਵਨ ਸਿੰਘ ਮਰਿਓ ਤੇ ਥਾਂ ਗੁਲਕਾਂ ਲੱਗ ਕੇ ਪਦ ਪਾਏ ਵਿਸਾਲਾ। ਭਾਈ ਜੀਵਨ ਸਿੰਘ ਜੀ ਸਰਸਾ ਦੇ ਘਾਟ ਤੀਕ ਮਹਾਰਾਜ ਪਿਤਾ ਜੀ ਪਹੁੰਚ ਗਏ। ਇੱਥੇ ਜਦੋਂ ਉਹਨਾਂ ਦੇ ਗੋਲੀ ਵੱਜੀ ਹੈ ਤੇ ਗੋਲੀਆਂ ਦੇ ਵੱਜਣ ਦੇ ਨਾਲ ਭਾਈ ਜੀਵਨ ਸਿੰਘ ਜੀ ਮਰੇ। ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਹੈ ਔਰ ਉੱਚੀ ਪਦਵੀ ਜਿਹੜੀ ਹੈ, ਮਹਾਨ ਪਦਵੀ ਨੂੰ ਪ੍ਰਾਪਤ ਕਰ ਲਿਆ, ਸ਼ਹਾਦਤ ਨੂੰ ਪ੍ਰਾਪਤ ਕਰ ਲਿਆ ਭਾਈ ਜੀਵਨ ਸਿੰਘ ਜੀ ਨੇ। ਉਹ ਇੱਥੇ ਸਰਸਾ ਦੇ ਕੰਢੇ ਤੀਕ ਆ ਗਏ। ਤਾਂ ਛਿਨ ਮੈਂ ਚੜ ਨਾ ਰੋਕਿਓ ਜਲ ਹੋਏ ਗੰਭੀਰ ਸਵੇਗ ਤੇ ਚੱਲਾ। ਇੰਨੇ ਚਿਰ ਨੂੰ ਕਹਿੰਦੇ ਵੀ ਉਹ ਜਿਹੜਾ ਜਲ ਦਾ ਪ੍ਰਵਾਹ ਸੀ ਉਹ ਬਹੁਤਾ ਹੋ ਗਿਆ, ਬਹੁਤਾ ਡੂੰਘਾ ਹੋ ਕੇ ਚੱਲਣ ਲੱਗ ਪਿਆ। ਕੀਰਤਕ ਸਿੰਘ ਗਏ ਬਹਿ ਬੀਚੈ ਨੀਤ ਤੇ ਆਏ ਜਪੁਰਾ। ਕਿੰਨੇ ਕ ਸਿੰਘ ਜਿਹੜੇ ਉਸ ਜਲ ਦੇ ਪ੍ਰਵਾਹ ਵਿੱਚ ਹੀ ਵਹਿ ਗਏ ਤੇ ਹੌਲੀ ਹੌਲੀ ਉਰਲੇ ਪਾਸੇ ਆਏ। ਸ੍ਰੀ ਪ੍ਰਭ ਜੀ ਅਬ ਆਪ ਸੁਨੋ ਦਲ ਆਏ ਕਨੋ ਜੇ ਵਾਰ ਨ ਪਾਰਾ। ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ ਕਿ ਹੇ ਸ੍ਰੀ ਪ੍ਰਭੂ ਜੀ, ਸਤਿਗੁਰੂ ਪਿਤਾ ਜੀ ਹੁਣ ਆਪ ਬੇਨਤੀ ਸੁਣੋ ਵੀ ਦਲ ਪਿੱਛੇ ਜਿਹੜਾ ਆ ਰਿਹਾ ਹੈ ਨਾ, ਬਹੁਤਾ ਜ਼ਿਆਦਾ ਆ ਰਿਹਾ, ਕੋਈ ਗਿਣਤੀ ਨਹੀਂ ਫੌਜ ਦੀ, ਕੋਈ ਵਾਰਾ ਪਾਰਾ ਨਹੀਂ ਵੀ ਕਿੰਨਾ ਕੁ ਦਲ ਚੜ ਕੇ ਆ ਰਿਹਾ ਹੈ। ਦੇਰ ਕਰੋ ਰਹਿ ਆਪ ਭੁਲੰਗੋ ਤੂਰਨਤਾ ਕਰ ਕੇ ਬਲ ਭਾਰਾ। ਹੁਣ ਪਿਤਾ ਜੀ ਦੇਰੀ ਨਾ ਕਰੋ, ਆਪ ਜੀ ਵੀ ਇਸ ਸਰਸਾ ਨੂੰ ਪਾਰ ਕਰ ਜਾਓ ਛੇਤੀ ਦੇ ਨਾਲ, ਭਾਰੀ ਬਲ ਕਰਕੇ। ਜੋ ਸੁਨ ਕੇ ਸਲਤਾ ਜਲ ਕੋ ਤਬ ਕੋਪ ਤੇ ਸ੍ਰੀ ਗੁਰ ਸਰਾਪ ਉਚਾਰਾ। ਇਸ ਤਰ੍ਹਾਂ ਸਲਤਾ ਦੇ ਬਾਰੇ ਵੀ ਜਿਹਦੇ ਚ ਜਲ ਬਹੁਤ ਆ ਰਿਹਾ ਹੈ, ਚੜ ਰਹੀ ਹੈ ਹੋਰ, ਤਾਂ ਮਹਾਰਾਜ ਸਾਹਿਬ ਜੀ ਨੇ ਫਿਰ ਆਪਣੇ ਮੁਖ ਤੋਂ ਐਸਾ ਸਰਾਪ ਰੂਪੀ ਬਚਨ ਕਿਹਾ। ਸਰਸਾ ਨਾਰਾ ਬੜੋ ਗੁਰ ਮਾਰਾ ਲਿਓ ਇਹ ਔਸਰ ਨੀਰ ਵਢਾਇਓ। ਮਹਾਰਾਜ ਕਹਿੰਦੇ ਸਰਸਾ ਜੋ ਨਾਲਾ ਹੈ, ਇੱਥੇ ਕਵੀ ਜੀ ਨਾਰਾ ਹੀ ਕਹਿ ਰਹੇ ਆ, ਸਰਸਾ ਜੋ ਨਦੀ ਹੈ, ਇਹ ਸਰਸਾ ਨਾਲਾ ਜਿਹੜਾ ਹੈ ਵੱਡਾ ਹੀ ਹੈ, ਗੁਰੂ ਦਾ ਮਾਰਿਆ ਹੋਇਆ ਹੈ। ਲਹਿਓ ਇਹ ਅਵਸਰ ਕਿ ਇਹਨੇ ਵੀ ਮੌਕਾ ਪਾ ਕੇ ਆਪਣਾ ਪਾਣੀ ਵਧਾ ਦਿੱਤਾ, ਇਸ ਨੇ ਵੀ ਹੁਣੀ ਪਾਣੀ ਵਧਾਇਆ ਹੈ, ਇਹਦੇ 'ਚ ਵੀ ਹੁਣੀ ਹੜ ਆਇਆ ਹੋਇਆ ਹੈ, ਜ਼ਿਆਦਾ ਪਾਣੀ ਵਧਿਆ ਹੋਇਆ ਹੈ, ਕੰਢਿਓ ਕੰਢੀ ਇਹ ਗੁਰੂ ਦਾ ਮਾਰਿਆ ਹੋਇਆ ਹੈ। ਅਬ ਲੋ ਇਹ ਬਾਤ ਪ੍ਰਸਿੱਧ ਗੁਰੂ ਮੁਖ ਤੇ ਜਿਮ ਸ਼ਰਾਪ ਹਲਾਇਓ। ਕਹਿੰਦੇ ਜਿਹੜਾ ਇਹ ਸ਼ਰਾਪ ਰੂਪੀ ਬਚਨ ਮਹਾਰਾਜ ਨੇ ਕਿਹਾ ਨਾ, ਸਰਸਾ ਗੁਰੂ ਮਾਰੀ, ਇਹ ਅੱਜ ਤੀ ਕਹਿੰਦੇ ਗੱਲ ਪ੍ਰਸਿੱਧ ਹੈ ਵੀ ਕਲਗੀਧਰ ਪਾਤਸ਼ਾਹ ਨੇ ਇਸ ਸਰਸਾ ਵਾਸਤੇ ਬਚਨ ਕਿਹਾ। ਆਲਮ ਸਿੰਘ ਤਬੈ ਕਰ ਜੋਰਤ ਦੀਨ ਬਲਿਓ ਹਿਤ ਬਾਤ ਸੁਨਾਇਓ। ਭਾਈ ਆਲਮ ਸਿੰਘ ਹਜੂਰੀ ਰਹਿਣ ਵਾਲਾ ਸਿੱਖ, ਉਹਨੇ ਹੱਥ ਜੋੜੇ ਦੀਨ ਮਨ ਹੋ ਕਰਕੇ ਬੇਨਤੀ ਕੀਤੀ। ਸਿੰਘ ਅਜੀਤ ਮਿਲੇ ਆਪ ਆਇ ਕੈ ਪਾਛੇ ਰਹਿਓ ਸੋ ਮਰਿਓ ਰਣ ਪਾਇਓ। ਆਖਿਆ ਸਤਿਗੁਰੂ ਜੀ, ਆਪ ਜੀ ਦਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪ ਜੀ ਦੇ ਪਾਸ ਆ ਗਏ ਆ ਮਿਲੇ ਆਪ ਜੀ ਨੂੰ। ਜਿੰਨੇ ਬਾਕੀ ਸਿੰਘ ਪਿੱਛੇ ਰਹਿ ਗਏ ਆ ਉਹ ਜੰਗ ਕਰਦਿਆਂ ਹੋਇਆਂ ਸ਼ਹੀਦੀ ਪਾ ਗਏ। ਸਾਹਿਬਜ਼ਾਦੇ ਨੂੰ ਆਪ ਜੀ ਨੇ ਬੁਲਾਇਆ ਸੀ, ਉਹ ਇੱਥੇ ਪਹੁੰਚ ਗਏ ਆ, ਪਰ ਬਾਕੀ ਜਿਹੜੇ ਨਾਲ ਦੇ ਸਾਥੀ ਸਿੰਘ ਸਨ, ਭਾਈ ਉਹਦੇ ਸਿੰਘ ਦੇ ਸਾਥੀ, ਉਹ ਵੀ ਜਥਾ ਸ਼ਹੀਦ ਹੋ ਗਿਆ ਹੈ। ਭਾਈ ਜੀਵਨ ਸਿੰਘ ਜੀ ਦੇ ਸਾਥੀ ਭਾਈ ਜੀਵਨ ਸਿੰਘ ਵੀ ਸ਼ਹੀਦੀ ਪਾ ਗਏ ਆ, ਨਾਲ ਦੇ ਸਾਥੀ ਵੀ ਸ਼ਹੀਦੀ ਪਾ ਗਏ। ਇਸ ਕਰਕੇ ਹੁਣ ਸਤਿਗੁਰੂ ਜੀ ਅੱਗੇ ਚਾਲੇ ਪਾਏ ਜਾਣ, ਸਰਸਾ ਪਾਰ ਕੀਤੀ ਜਾਵੇ। ਫਿਰ ਮਹਾਰਾਜ ਸਾਹਿਬ ਜੀ ਨੇ ਸਰਸਾ ਪਾਰ ਕੀਤੀ। ਜਿਵੇਂ ਗੁਰੂ ਸਾਹਿਬ ਜੀ ਦਾ ਪਰਿਵਾਰ ਤਿੰਨਾਂ ਹਿੱਸਿਆਂ ਵਿੱਚ ਸਾਧ ਸੰਗਤ ਜੀ ਵੰਡਿਆ ਜਾਂਦਾ ਹੈ। ਇੱਕ ਪਾਸੇ ਕਲਗੀਧਰ ਪਾਤਸ਼ਾਹ ਵੱਡੇ ਸਾਹਿਬਜ਼ਾਦੇ ਤੇ ਨਾਲ ਗਿਣਤੀ ਦੇ ਸਿੰਘ, ਇੱਕ ਪਾਸੇ ਗੁਰੂ ਕੇ ਮਹਿਲ ਧਰਮ ਪਤਨੀਆਂ, ਮਾਤਾ ਸਾਹਿਬ ਕੌਰ, ਮਾਤਾ ਸੁੰਦਰ ਕੌਰ, ਭਾਈ ਮਣੀ ਸਿੰਘ, ਭਾਈ ਜਵਾਹਰ ਸਿੰਘ ਆਦਿਕ, ਤੇ ਇੱਕ ਪਾਸੇ ਮਾਂ ਗੁਜਰ ਕੌਰ ਤੇ ਛੋਟੇ ਸਾਹਿਬਜ਼ਾਦੇ। ਇਹ ਸਰਸਾ ਦੇ ਘਾਟ ਤੇ ਫਿਰ ਤਿੰਨਾਂ ਹਿੱਸਿਆਂ ਵਿੱਚ ਗੁਰੂ ਕਾ ਪਰਿਵਾਰ ਵੰਡਿਆ ਗਿਆ। ਜਿਸ ਪ੍ਰਕਾਰ ਦੇ ਨਾਲ ਅੱਗੇ ਮਹਾਰਾਜ ਸਾਹਿਬ ਜੀ ਚਮਕੌਰ ਵੱਲ ਨੂੰ ਜਾਂਦੇ ਹਨ, ਉਹ ਅੱਗੇ ਸਾਧ ਸੰਗਤ ਜੀ ਗਾਥਾ ਆਵੇਗੀ। ਗਰੀਬ ਨਵਾਜ ਸਾਹਿਬ ਜੀ ਦੇ ਪਾਵਨੀ ਇਤਿਹਾਸ ਦੀ ਵਿਚਾਰ ਸਾਂਝੀ ਕਰਦੇ ਹਾਂ।
ਹੋਈਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਜੀ ਗੁਰ ਸੰਗਤ ਜੀ ਖਿਮਾ ਦੇਣੀ। ਦੇਹੋ ਸੱਜਣੇ ਅਸੀਸੜੀਆਂ ਕਿਉ ਹੋਵੈ ਸਾਹਿਬ ਸਿਉ ਮੇਲ। ਵਾਹਿਗੁਰੂ 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 ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ ਤੇਗ ਬਹਾਦਰ ਸਿਮਰਿਆ। ਘਰ ਨੌ ਨਿਤ ਆਵੈ ਧਾਏ ਘਰ ਨੌ ਨਿਤ ਆਵੈ ਧਾਏ ਘਰ ਨੌ ਨਿਤ ਆਵੈ ਧਾਏ ਘਰ ਨੌ ਨਿਤ। ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ ਹੋਏ ਸਹਾਏ ਸਭ ਥਾਈ। ਇੱਥੇ ਉੱਥੇ ਰਖਵਾਲਾ ਇੱਥੇ ਉੱਥੇ ਰਖਵਾਲਾ ਇੱਥੇ ਉੱਥੇ ਰਖਵਾਲਾ ਇੱਥੇ ਉੱਥੇ ਰਖਵਾਲਾ। ਪ੍ਰਭ ਸਤਿਗੁਰ ਦੀਨ ਦਇਆਲਾ ਪ੍ਰਭ ਸਤਿਗੁਰ ਦੀਨ ਦਇਆਲਾ ਪ੍ਰਭ ਸਤਿਗੁਰ ਦੀਨ ਦਇਆਲਾ ਪ੍ਰਭ ਸਤਿਗੁਰ ਦੀਨ ਦਇਆਲਾ। ਤੇਗ ਬਹਾਦਰ ਕੇ ਚਲਤ ਤੇਗ ਬਹਾਦਰ ਕੇ ਚਲਤ ਤੇਗ ਬਹਾਦਰ ਕੇ ਚਲਤ ਤੇਗ ਬਹਾਦਰ। ਭਇਓ ਜਗਤ ਕੋ ਸੋਕ ਭਇਓ ਜਗਤ ਕੋ ਸੋਕ ਭਇਓ ਜਗਤ ਕੋ ਸੋਕ ਭਇਓ ਜਗਤ ਕੋ ਸੋਕ। ਹੈ ਸਭ ਜਗ ਭਇਓ ਹੈ ਸਭ ਜਗ ਭਇਓ ਹੈ ਸਭ ਜਗ ਭਇਓ ਹੈ ਸਭ ਜਗ ਭਇਓ। ਜੈ 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 ਸੁਰ ਲੋਕ ਜੈ 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 ਸੁਰ ਲੋਕ ਜੈ 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 ਸੁਰ ਲੋਕ ਜੈ 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 ਸੁਰ ਲੋਕ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ ਪ੍ਰਾਨ ਨਾਥ ਅਨਾਥ ਸਖੇ ਦੀਨ ਦਰਦ ਨਿਵਾਰ। ਹੇ ਸਮਰੱਥ ਅਗਮ ਪੂਰਨ ਮੋਹਿ ਮਇਆ ਅੰਧ ਕੂਪ ਮਹਾਪਿਆਨ ਨਾਨਕ ਬਾਰ ਉਤਾਰ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਏਕ ਅੱਖਰ ਹਰ ਮਨ ਬਸਤ ਨਾਨਕ ਕਥਾ ਨਿਤਾ ਪ੍ਰਤ ਹੋਤ ਹੈ ਸੁਨ ਹੋ ਸਿੰਘ ਸੁਜਾਨ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਨਾਨਕ ਗੁਰ ਗੋਬਿੰਦ ਸਿੰਘ ਜੀ ਸਦਾ ਕਰੇ ਕਲਿਆਣ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।